ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਧਰ ਜਿਅਰੇ ਇਕ ਟੇਕ ਤੂੰ, ਲਾਹਾ ਬਿਡਾਨੀ ਆਸ। ਨਾਨਕ ਨਾਮ ਧਿਆਈਐ, ਕਾਰਜ ਆਵੈ ਰਾਸ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ, ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅੱਜ ਦਾ ਇਹ ਗੁਰਮਤਿ ਸਮਾਗਮ, ਜਿਸ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ, ਭਾਈ ਗੁਰਨਾਮ ਸਿੰਘ ਤਿੰਨਾਂ ਦੇ ਸਪੁੱਤਰ ਅਮਰਜੀਤ ਸਿੰਘ ਤਿੰਨਾਂ ਦਾ ਜੋ ਆਨੰਦ ਕਾਰਜ ਦੇ ਸੰਬੰਧ ਵਿੱਚ ਅੱਜ ਦਾ ਗੁਰਮਤਿ ਸਮਾਗਮ ਸਮੂਹ ਪਰਿਵਾਰ ਨੇ ਆਪ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ 'ਚ ਉਲੀਕਿਆ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਵੀ ਜਲ ਪਾਣੀ ਛਕ ਲਿਆ ਹੈ, ਉੱਪਰ ਆਣ ਕੇ ਸਤਿਗੁਰ ਦੀ ਗੋਦ ਵਿੱਚ ਬੜੇ ਪਿਆਰ ਨਾਲ ਆਪਾਂ ਬੈਠਣ ਦਾ ਯਤਨ ਕਰੀਏ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਆਪਾਂ ਸਾਰਿਆਂ ਨੇ ਹੀ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਓ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪੌੜੀ, ਜੋ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 91 ਦੇ ਉੱਪਰ ਇਹ ਪਾਵਨ ਪੌੜੀ ਸੁਭਾਇਮਾਨ ਹੈ। ਇਸ ਪਾਵਨ ਪੌੜੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਬਹੁਤ ਸੋਹਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਸਮਾਜ ਦੇ ਵਿੱਚ ਅਸੀਂ ਜਦੋਂ ਜ਼ਿੰਦਗੀ ਜਿਉਂਦੇ ਹਾਂ, ਜਦੋਂ ਵੀ ਕੋਈ ਬੱਚਾ ਗਲਤੀ ਕਰਦਾ ਹੈ
ਤਾਂ ਉਹਨੂੰ ਮਾਂ ਬਾਪ ਬੜੇ ਤਰੀਕੇ ਨਾਲ ਸਮਝਾਉਂਦੇ ਨੇ। ਇੱਦਾਂ ਹੀ ਸਾਡਾ ਮਾਂ ਬਾਪ ਸਾਡਾ ਗੁਰੂ ਹੈ। ਜਿਵੇਂ ਸਤਿਗੁਰ ਨੇ ਬਾਣੀ ਵਿੱਚ ਬੜੀ ਪਿਆਰੀ ਵਿਚਾਰ ਦਿੱਤੀ ਹੈ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ। ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਹੇ ਭਾਈ, ਜੇ ਤੂੰ ਆਪਣੀ ਜ਼ਿੰਦਗੀ ਦਾ ਕਾਰਜ ਸਵਾਰਨਾ ਚਾਹੁੰਦਾ ਹੈ, ਆਪਣੀ ਜ਼ਿੰਦਗੀ ਦੇ ਕਾਰਜਾਂ ਨੂੰ ਸਫਲ ਬਣਾਉਣਾ ਚਾਹੁੰਦਾ ਹੈ, ਤਾਂ ਉਹਦਾ ਇੱਕ ਤਰੀਕਾ ਹੈ, ਸੋ ਹਰ ਪੈ ਆਖੀਏ। ਉਹ ਆਪਣੇ ਮਾਲਕ ਨੂੰ ਕਹੇ, ਆਪਣੇ ਹਰੀ ਨੂੰ ਕਹੇ, ਆਪਣੇ ਗੁਰੂ ਨੂੰ ਕਹੇ, ਮਾਲਕ ਤੇਰੀ ਜ਼ਿੰਦਗੀ ਦੇ ਕਾਰਜ ਸਵਾਰ ਦੇਵੇਗਾ। ਹੁਣ ਸਵਾਲ ਪੈਦਾ ਹੁੰਦਾ, ਕਾਰਜ ਕਿਹੜੇ? ਕਿਉਂਕਿ ਇੱਥੇ ਸਮਾਜ ਵਿੱਚ ਤਾਂ ਕਾਰਜ ਹਰ ਇੱਕ ਬੰਦੇ ਦੇ ਆਪਣੇ ਆਪਣੇ ਨੇ। ਗੱਲ ਇੱਥੇ ਗੁਰੂ ਪਾਤਸ਼ਾਹ ਬੰਦੇ ਦੇ ਮਨ ਦੀ ਕਰ ਰਹੇ ਨੇ। ਮਨ ਦੇ ਕਾਰਜ ਅਲੱਗ ਨੇ, ਤਨ ਦੇ ਕਾਰਜ ਅਲੱਗ ਨੇ। ਤਨ ਦੀ ਖੁਰਾਕ ਅਲੱਗ ਹੈ, ਮਨ ਦੀ ਖੁਰਾਕ ਅਲੱਗ ਹੈ। ਜਿਹੜਾ ਸਵੇਰੇ ਉੱਠ ਕੇ ਆਪਾਂ ਜਲ ਪਾਣੀ ਛਕਦੇ ਹਾਂ, ਸਾਡੇ ਤਨ ਦੀ ਖੁਰਾਕ ਹੈ। ਜੋ ਵੀ ਆਪਾਂ ਸਾਰਾ ਦਿਨ ਖਾਂਦੇ ਹਾਂ ਪੀਂਦੇ ਹਾਂ, ਉਹ ਸਾਡੇ ਮਨ ਦੀ ਤਨ ਦੀ ਖੁਰਾਕ ਹੈ। ਆਹ ਜੋ ਹੁਣ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਸੁਣੀ ਹੈ, ਪਾਠ ਸੁਣਿਆ ਹੈ, ਵਿਚਾਰਾਂ ਸੁਣਾਂਗੇ, ਇਹ ਸਾਡੇ ਮਨ ਦੀ ਖੁਰਾਕ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਨੇ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਵੀ ਜਿਹੜਾ ਮਨ ਹੈ ਇੱਕ ਪੰਛੀ ਦੀ ਨਿਆਈ ਹੈ। ਜਿਵੇਂ ਇੱਕ ਪੰਛੀ ਕਿਸੇ ਦਰਖਤ ਉੱਤੇ ਬੈਠਦਾ ਹੈ, ਜਿੱਦਾਂ ਦੇ ਦਰਖਤ ਉੱਤੇ ਵੀ ਬੈਠੇ ਉੱਥੇ ਚੁੰਝ ਜ਼ਰੂਰ ਮਾਰਦਾ ਹੈ। ਕਬੀਰ ਮਨ ਪੰਖੀ ਭਇਓ, ਹੇ ਕਬੀਰ, ਇਹ ਜਿਹੜਾ ਮਨ ਹੈ ਪੰਛੀ ਹੈ। ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਵੇਂ ਪੰਛੀ ਜਿਹੜੀ ਵੀ ਟਾਹਣੀ 'ਤੇ ਬੈਠਦਾ ਹੈ, ਉਹਦੇ 'ਤੇ ਉਹ ਚੁੰਝ ਜ਼ਰੂਰ ਮਾਰਦਾ ਹੈ, ਇੱਦਾਂ ਜਿਹੜਾ ਸਾਡਾ ਮਨ ਹੈ ਵੀ ਇੱਕ ਪੰਛੀ ਹੈ। ਜਿੱਦਾਂ ਦੀ ਸੁਸਾਇਟੀ ਵਿੱਚ ਬਵੇਗਾ, ਜਿੱਦਾਂ ਦੇ ਲੋਕਾਂ ਵਿੱਚ ਬਵੇਗਾ, ਜਿੱਦਾਂ ਦੀ ਸੰਗਤ ਕਰੇਗਾ, ਇੰਝ ਕਹਿ ਲਓ। ਚੰਗਿਆਂ ਕੋਲ ਬਵੇਗਾ ਮਨ ਚੰਗਾ ਹੋਏਗਾ, ਮਾੜਿਆਂ ਕੋਲ ਬਵੇਗਾ ਮਨ ਮਾੜਾ ਹੋਏਗਾ। ਇਸੇ ਕਰਕੇ ਸਤਿਗੁਰ ਨੇ ਸਾਨੂੰ ਰੋਜ਼ ਉਪਦੇਸ਼ ਦਿੱਤਾ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਜਦੋਂ ਆਪਾਂ ਸਵੇਰੇ ਆਪਣੇ ਬੈੱਡ ਤੋਂ ਉੱਠਦੇ ਹਾਂ, ਆਪਣੇ ਮੰਜੇ ਨੂੰ ਛੱਡਦੇ ਹਾਂ, ਸਭ ਤੋਂ ਪਹਿਲਾਂ ਸਾਡਾ ਵਾਹ ਆਪਣੇ ਮਨ ਨਾਲ ਪੈਂਦਾ ਹੈ। ਇਹਨੂੰ ਬਾਣੀ 'ਚ ਇੰਝ ਲਿਖਿਆ ਹੈ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਈ ਵਾਰੀ ਆਪਾਂ ਕਹਿੰਦੇ ਮੇਰਾ ਫਲਾਣਾ ਮਿੱਤਰ ਹੈ, ਫਲਾਣਾ ਮਿੱਤਰ ਹੈ। ਸਾਡਾ ਸਭ ਤੋਂ ਪਹਿਲਾ ਅਤੇ ਸਾਡਾ ਸਭ ਤੋਂ ਵਧੀਆ ਮਿੱਤਰ ਪਤਾ ਕੌਣ ਹੈ? ਸਾਡਾ ਆਪਣਾ ਮਨ। ਜੇ ਬੰਦੇ ਦੇ ਨਾਲ ਬੰਦੇ ਦਾ ਮਨ ਨਹੀਂ ਨਾ ਹੈਗਾ, ਜਿੰਨੇ ਰਿਸ਼ਤੇਦਾਰ ਸਾਖ ਸੰਬੰਧੀ ਦੋਸਤ ਮਿੱਤਰ ਜਿੰਨੇ ਮਰਜ਼ੀ ਕੋਲ ਖਲੋਤੇ ਹੋਣ, ਇੱਕ ਬੰਦਾ ਡੁੱਬ ਰਿਹਾ ਪਾਣੀ ਵਿੱਚ, ਉਹਨੂੰ ਡੁੱਬਦੇ ਨੂੰ ਬਚਾਇਆ ਤਾਂ ਜਾ ਸਕਦਾ ਹੈ ਜੇ ਉਹ ਆਪਣੇ ਆਪ ਨੂੰ ਬਚਾਉਣ ਨੂੰ ਤਿਆਰ ਹੈ। ਤਾਂ ਜੇ ਕੋਈ ਬੰਦਾ ਆਪਣੇ ਆਪ ਨੂੰ ਡੁੱਬਣੋਂ ਆਪ ਹੀ ਬਚਾਉਣ ਨੂੰ ਤਿਆਰ ਨਹੀਂ, ਦੂਜਾ ਬੰਦਾ ਉਹਦੀ ਹੈਲਪ ਕਿੱਦਾਂ ਕਰ ਸਕਦਾ? ਇੱਕ ਬੰਦਾ ਬਿਮਾਰ ਹੈ, ਉਹਨੂੰ ਆਪਾਂ ਕਹਿੰਦੇ ਜੀ ਫਲਾਣੇ ਹੌਸਪੀਟਲ ਲੈ ਜਾਓ, ਫਲਾਣੇ ਡਾਕਟਰ ਕੋਲ ਲੈ ਜਾਓ। ਉਹ ਬੰਦਾ ਠੀਕ ਵੀ ਤਾਂ ਹੋ ਸਕਦਾ ਜੇ ਉਹ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦਾ ਹੈ ਤਾਂ। ਮੰਨ ਲਓ ਹੁਣ ਕੋਈ ਬੱਚਾ ਪੜ੍ਹਾਈ 'ਚ ਕਮਜ਼ੋਰ ਹੈ, ਆਪਾਂ ਕਈ ਵਾਰੀ ਜਾ ਕੇ ਪ੍ਰਿੰਸੀਪਲ ਨੂੰ ਕਹਿੰਦੇ, ਪ੍ਰਿੰਸੀਪਲ ਸਾਹਿਬ, ਟੀਚਰ ਜੀ, ਸਾਡੇ ਬੱਚੇ ਦੀ ਥੋੜ੍ਹਾ ਜਿਹਾ ਧਿਆਨ ਰੱਖੋ ਜੀ ਪੜ੍ਹਾਈ ਵੱਲ। ਟੀਚਰ ਸਿਰਫ ਪੜ੍ਹਾ ਸਕਦਾ, ਪਰ ਪੜ੍ਹਨਾ ਤਾਂ ਬੱਚੇ ਨੇ ਹੈ ਨਾ। ਉਹ ਤਾਂ ਸਿਰਫ ਤੁਹਾਨੂੰ ਦੱਸ ਸਕਦਾ ਨਾ ਵੀ ਲੈਸਨ ਆ, ਪੜ੍ਹਨਾ ਤਾਂ ਬੱਚੇ ਨੇ ਹੈ। ਇੱਦਾਂ ਹੀ ਗੁਰੂ ਪਾਤਸ਼ਾਹ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਕਿ ਬੰਦਿਆ ਤੂੰ ਆਪਣੀ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਹੈ। ਵੇਖੋ ਦੁਨੀਆ ਦੇ ਵਿੱਚ ਜਿੰਨੇ ਵੀ ਮਤ ਨੇ, ਹਰ ਮਤ ਦੇ ਵਿੱਚ ਜਦੋਂ ਵੀ ਸਮਾਜ ਵਿੱਚ ਇਸਤਰੀ ਅਤੇ ਮਰਦ ਇਕੱਠੇ ਹੁੰਦੇ ਨੇ, ਉਹਨੂੰ ਵੱਖਰੇ ਵੱਖਰੇ ਨਾਮ ਦਿੱਤੇ ਨੇ। ਸਾਡੇ ਆਨੰਦ ਕਾਰਜ ਹੈ, ਕਿਸੇ ਘਰ ਨਿਕਾਹ ਹੈ, ਇਸਲਾਮ ਦੇ ਵਿੱਚ ਨਿਕਾਹ ਸ਼ਬਦ ਬੋਲਦੇ ਨੇ। ਹਿੰਦੂ ਵੀਰਾਂ ਵਿੱਚ ਸ਼ਾਦੀ ਹੈ, ਅੱਗ ਦੇ ਬੰਨੇ ਬੰਨੇ ਉਹ ਲਾਵਾਂ ਲੈਂਦੇ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਰਿਕਰਮਾ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ 773 ਨੰਬਰ ਅੰਕ ਤੋਂ ਲਾਵਾਂ ਪੜ੍ਹੀਆਂ ਜਾਂਦੀਆਂ ਨੇ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਵਾਸਤਵ ਵਿੱਚ ਇਹ ਚਾਰ ਇੱਕੇ ਛੰਤ ਦੀਆਂ ਚਾਰ ਪੌੜੀਆਂ ਨੇ, ਚਾਰ ਪਦੇ ਨੇ। ਜਦੋਂ ਇੱਕ ਨਾਂ ਦਾ ਪਾਠ ਕੀਤਾ ਜਾਂਦਾ ਹੈ, ਲੜਕਾ ਅਤੇ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਜਾਣ ਕੇ ਉਹਦੀਆਂ ਪਰਿਕਰਮਾ ਕਰਦੇ ਨੇ। ਵਾਸਤਵ ਵਿੱਚ ਇਹ ਸਾਡੀ ਜ਼ਿੰਦਗੀ ਦੇ ਚਾਰ ਪੜਾਅ ਨੇ। ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਲਿਖੀ ਹੈ, ਇਹਦਾ ਬੜਾ ਡੂੰਘਾ ਸੰਬੰਧ ਹੈ ਸਾਡੇ ਨਾਲ। ਵੇਖੋ ਇਨਸਾਨ ਦੇ ਵਿਚਾਰ ਨਾ ਮਿਲਦੇ ਹੋਣ,
तो भावें 5 बैडरूमां की कोठी होवे, बड़ा बिजनस तगड़ा होवे, रहना मुश्किल होंदा है। विचार मिलते होण ते कखां की कुल्ली भी स्वर्ग बन जाती है। सारा टकराई विचारधारा का है। जदों असी गुरु ग्रंथ साहिब चों पढ़ते हैं, धन पिर ये ना आखियां बहन इकट्ठे होए। धन कहते ने इस्त्री नूं, पिर कहते पति नूं। कहते पति पत्नी इकट्ठे हो जाने, शरीर का मिलाप हो जाना, पति पत्नी नहीं है। धन पिर ये ना आखियां बहन इकट्ठे होए, एक जोत दोए मूर्ति, धन पिर कहीं सोए। पति पत्नी उदन बनते हैं जिदन दोनों की विचार एक होवे, विचार भी एक होवे ते विचार भी निर्मल एक होवे। कई बार गलत विचार भी होंदी है ना, भी मान लो एक बंदा नशा वेचदा, उसकी पत्नी उहदे नशे नाल सहमत वा। इत्थे गल है विचार एक होवे ते किहड़े निगर विचार, सचियारा बनाउण वाले विचार। जे विचार एक होण ते तुहानूं कच्चे घरां विचों भी हासा नज़र आऊ। जे विचार एक नहीं होणगे ते वड्डे वड्डे महल्लां विचों भी 3-3 मंजलियां कोठियां पईयां भी उत्थों तुहानूं हासे की आवाज़ कदी नहीं आएगी। साड़ी खेड मनुखी मन दी आ। कई बार सोचीदा किड्डे भागां वाले आ कि सानूं एडा महान खजाना सतगुर ने बख्शिश कीता है। पर अज परिवार टावें ने जिन्हां घरां 'च बाणी पढ़ी जा रही है, जिन्हां परिवारां विच बाणी पढ़न की विचार नूं अहमियत दित्ती जा रही भी सतगुर जी ने की क्या की है सानूं। असीं 25-30 साल आपां सारे गृहस्थी बैठे हाँ। कईयां दे बच्चियां दे आनंद कारज हो गए आ, कईयां दे जे होने आ, कईयां ने अगे गां पोतरे पोतरियां विआहणे ने। कदी सोच के वेखिओ 25-30 साल असी अपना पुੱਤ ਧੀ ਵੱਡਾ ਕਰਦੇ हैं, पुत्र ਧੀ ਦਾ आनंद कारज कर ਲਈ। पर जदों समा आउंदा है उदों 25-30 मिनट भी गुरु ग्रंथ साहिब जी के कोल बैठना बड़ा सानूं मुश्किल लगता है। आपां हालात वेखदे हैं अपने समाज के जिहड़े बने पे ने भी 100-100 150-150 बरात जाती है। पर जो लावां दा समा आउंदा है उदों 15-20 मिनट भी गुरु ग्रंथ साहिब महाराज जी के कोल बैठा सानूं औखा लगता है। अजे मेन काम सारा धन गुरु ग्रंथ साहिब महाराज जी की बाणी नूं पढ़ना, समझना ते विचारना। तुहाडे विचों हुण जिहड़े आप बाणी पढ़ते हैं उन्होंने पता होना लावां दा पाठ 773 नंबर अंक ते है। इस तो पहलां 3 बाणियां ने, कुचज्जी, सुचज्जी, गुणवंती ते फिर जाके लावां दा पाठ है। हुण ये सबजैक्ट पता किहनूं समझ आउणा, जिन्हें अपनी जिंदगी च रमाला चक के खुद गुरबाणी पढ़ के वेखी है। ये गल उन्होंने समझ आनी है। जिन्हें गुरबाणी नहीं पढ़ी, जिन्हें आया मत्था टेकिया, गोलक में 10 रुपये पाए, परिक्रमा कीतियां ते देग लैया ते घर नूं चले गया, उन्हां वास्ते विषय बहुत टफ आ, औखे आ। होना ये चाहिए सी भी जिवें असीं बाकी सारे काम आप करते हैं। हुण घरां च मोबाइल है, कोई बंदा पूछे कि साडे जो किसी ने मोबाइल नूं चलाउण दी ट्रेनिंग लई है, नहीं। मोबाइल कोल आ गया, चलाउण दी जाच अपने आप आ गई, अपने आप इह चों ईमेल करना आ जांदा, अपने आप वीडियो कॉल करन दी जाच आ जांदी है। किसी सेंटर चों जाके आपां सिੱਖਿਆ तो नहीं। चलो लैपटॉप बंदा माड़ा मोड़ किसी कोलों सीख लैंदा, मोबाइल तो अजकल अनपढ़ तो अनपढ़ बंदा भी इहदे तो गल करनी सीख लैंदा। घरां 'च टीवी आ गए, ऑन ऑफ करने आ गए, चैनल बदल करने आ गए। सानूं अनपढ़ तो अनपढ़ बंदे नूं बलदां तो ट्रैक्टर आ गए, ट्रैक्टर चलाउणे आ गए। ईवन इत्थों तक कई बंदे घरां 'च ट्रैक्टर की सर्विस भी खुद आप कर लैंदे आ। जाच आ गई ना। जे बलदां तो बाद ट्रैक्टर नाल वाही करनी आ गई, गड्डियां चलाउणियां आ गईयां, तो किसी नूं पुछो भी जे घर च गुरु ग्रंथ साहिब महाराज की पोथी हुंदी, ਸਰੂਪ रखिया हुंदा तो पाठ करना ना आउंदा। गल ये आ, इहनूं असीं अपनी जिंदगी का अंग नहीं समझिया कि सतगुर ने सानूं क्या की है। सतगुर ने सानूं उपदेश की बख्शिश कीता है। अज विचारां दे टकरा करके तुसीं वेखो, भावें विदेश की गल है तो भावें देश की गल है। तुसीं कोई पंजाबी अखबार पढ़ लो, ਉਹਦੇ ਵਿੱਚ एक ਕਾਲਮ, एक इश्तिहार पक्का ही छपिया होएगा जिथे घरां दे लड़ाई कलेश ते उन्हां बारे उन्होंने सुझाव दिते होणगे भी सानूं आण के मिलो, भी जे तुहाडे पति पत्नी दी नहीं बनदी, भरा भरा दी नहीं बनदी, तुहाडा कारोबार सैट नहीं हुंदा, वगैरह वगैरह किन्नियां बीमारियां। इहदा अर्थ ये आ मानसिक तौर पर लोग ये पीड़ा हंडा रहे आ ते असीं अपने सतगुर की बाणी तो कोहां दूर जा चुके हैं। हुण सतगुर ने किड्डा प्यारा इत्थे उपदेश दिता, कीता लोड़ी एक काम, 91 नंबर अंक है गुरु ग्रंथ साहिब जी का, 20 नंबर पौड़ी है श्री राग जिहड़ी वार है गुरु ग्रंथ साहिब च। कहंदे कीता लोड़ी एक काम सुहार पै आखिए। जे तू अपनी जिंदगी दे काम कराउणे चाहुंदा है सुहार पै आखिए।
तन के कारज अलग ने तो मन के कारज अलग ने। मन के कारज किहड़े आ? अखां दा सही वेखना, ये मन के कारज आ। कन्नां दा सही सुनना, ये मन के कारज आ। जुबान दा सही बोलना, ये मन के कारज आ। ते पैरां दा सही तुरना, ये मन के कारज आ। हुण आपो अपने अंदर ध्यात मार के वेखो कि अज बंदे दे मन के कारज विगड़े पे कि नहीं विगड़े पे। मन कुछ गलत सोच रहा, कान कुछ गलत सुन रहे, तो पैर सीधे रस्ते ते ना तुरन की बजाय पुठे रस्ते तुरन विच इहदे विच ज़्यादा ताकत है। पातशाह कहंदे कीता लोड़ीए काम सुहार पे आखीए, कारज दे सवार। देखो किड्डी वड्डी गल है, कहंदे तेरे कारज सवार देवेगा, पर किदां? सतगुर सच साखी है। साखी का अर्थ हुंदा है गवाही, साखी का अर्थ हुंदा है सिक्ख्या। जे मनुख अपनी जिंदगी च गुरु की सिक्ख्या उत्ते तुरे, इहदे मन के सारे ही कारज सफल हो सकते हैं। इहदियां अखां नूं वेखना सही वेखण की जाच आजू, इहदे कन्नां नूं सही सुणन की जाच आजू, तो इहदे पैरां वेखो पैरां ने तुरना ही आ। इहनूं गलत बन्ने तोरना कि माड़े बन्ने तोरना, है मन ने दसना। इहदा कमांडर कौन है? कमांड करने वाला मन है, ब्रेन जिन्हों आपां कहने, साडे अंदर जिहड़े विचार बनते आ। मन एक इदां दी चीज़ आ, हर एक दी अलग अलग है। जिन्हों आपां कहते मेरा उहदे नाल मन नहीं मिलता, हुण भाव उहदे नाल मेरे विचार नहीं मिलते। मन की है? तुहाडे विचार। तुसीं किसी डॉक्टर को जाओ, डॉक्टर साहब मैनूं मेरा मन विखाओ किदां दा है। डॉक्टर तुहाडा मन तुहानूं नहीं विखा सकदा, तुहानूं अपने मन बारे खुद आप पता मेरा मन किदां दा है। जे कई वारी पुछीए भी असीं गुरु कोल की लैण आउंदे आ, असीं अपने गुरु कोलों मन लैण वास्ते आउंदे आ, नवां मन। जिवें गुर कै शब्द बनावो ये मन, मैं जो बाणी पढ़ांगा, बाणी समझांगा, फिर गुरु की सिक्ख्या द्वारा मेरा एक नवां मन बनेगा। मेरा नवा, जो मेरा मन नवा आ गया तो समझ लो मेरा जन्म नवा हो गया। हुण एक जन्म है साडे माँ बाप ने दिता है, कोई 40 साल का है, कोई 50 साल का है, कोई 60 साल का है, कोई 20 साल का है। ये जन्म है साडे तन का। मन का जन्म पता किदन हुंदा है? जिदन विचार बदलते हैं। जिदन कोई बंदा विचार बदलदा उदन मन का नवा जन्म। जिन्होंने बाणी लिखा सतगुर के जन्म है गवन मिटाया। जदों मैं गुरु कोल आया, गुरु की सिक्ख्या लई तो मेरे विचार बदल गए। सारी खेड बंदे के विचारां दी। जो आप कहने फलाने बंदे नाल हुण मेरी, फलाने बंदे नाल मेरी बनदी नहीं। हुण की बदल गया? नक बदल गया, उहदे हत्थ पैर बदल गए ने। की बदले ने? विचार बदल गए। जदों असीं बाणी नूं इस तरीके नाल समझांगे, सानूं अज तुसीं पिंडां शहरां 'च वेख लो, वड्डे वड्डे गुरुद्वारे ने, पर कई वारी सवेरे कल्ला भाई गुरुद्वारे प्रकाश करदा, दूजा तीजा बंदा लभना सानूं मुश्किल हो जाता है। क्यों? क्योंकि असीं इस बन्ने तुरे ही नहीं कि जे असीं रोज़ अपने सतगुर की बाणी पढ़ीए समझिए। गुरु नानक साहब महाराज जी ने भाई लालो दे घर ये काम आरंभ किया सी, जिन्हों पहली धर्मशाला बनाई सी कि बंदा सवेरे जावे अपने काम ते, सब तो पहला सवेरे अपने गुरु की संगत करके तुरे, अपने मन के विचार साफ करके तुरे। शामां नूं जदों सारे काम निबेड़े उदों सोदर का पाठ करे, गुरु की बाणी पढ़े, समझे, विचारे, सहज पाठ करे अपने मन के। अज सब तो वड्डी कल्पना इत्थे आण के खड़ी हुई है। जिवें बाणी 'च लिखे ना, फूटो आंडा भनवका मने भयो प्रकाश। जदों तक पंछी आंडे 'च हुंदा ना, वो गुलाम हुंदा, उहदा एक दायरा हुंदा आंडे 'च। जदों आंडा टुटदा ना इदां, फिर वो पंछी आकाश 'च उड़दा, उड़ारी मारदा, जदों मर्जी उड़ारी मार सकदा। गुरु अर्जन साहब जी कहते हैं फूटो आंडा भरमका। जिवें एक पंछी का बच्चा आंडे च आओ गुलाम आ, जो आंडा टुट गया तो उन्हें फिर आज़ादी मारनी, उन्हें जो मर्जी उड़ारी मार सकता है। ये जीव भी भरम के आंडे च वा। ये जीव किहदे आंडे च आ? भरम के आंडे च। भरम है इधर नूं गया तो पुछ के जाना है। तुसीं वेखिओ समाज में कई बंदे कार भी लैनी होएगी ना, वो किसी नूं पुछण जांदे आ जी कार लैके आईए कि ना आईए। कोई भी कारज करना होवे, घर बनाउणा होवे, घर दा नींह पत्थर रखना होवे, इहदा अर्थ है असीं भरम दे आंडे च, असीं गुलाम आ, मानसिक तौर पर गुलाम आ। जिहड़ा बंदा जेल च बैठा, उहदा ते आपां नूं पता भी 15 साल 20 साल 10 साल बाद जेल चों बाहर आजू, पर जिहड़ा बंदा मानसिक तौर पर गुलाम होवे, उहदा ते पता ही कोई नहीं भी इहने कदों इस जेल चों बाहर होना। मानसिक तौर पर भी तो बंदा जेल च ही बैठा है। अज मानसिक तौर पर बंदा कैद में बैठा है। सतगुरु जी कहते फूटो आंडा भरमका मने भयो प्रकाश।
ਜਦੋਂ ਬੰਦਾ ਭਰਮ ਚੋਂ ਬਾਹਰ ਨਿਕਲ ਗਿਆ ਤੇ ਮਨ 'ਚ ਪ੍ਰਕਾਸ਼ ਹੋ ਗਿਆ। ਕਾਟੀ ਬੇਰੀ ਪੱਗਾਂ 'ਤੇ ਪੈਰਾਂ ਦੇ ਵਿੱਚ ਜਿਹੜੀਆਂ ਬੇੜੀਆਂ ਪਈਆਂ ਸੀ, ਹੁਣ ਕਿਸੇ ਕੈਦੀ ਨੂੰ ਲੈ ਕੇ ਆਉਣ ਉਹਦੇ ਪੈਰਾਂ 'ਚ ਬੇੜੀਆਂ ਹੋਣ ਤੇ ਆਪਾਂ ਨੂੰ ਬੜੀਆਂ ਚੰਗੀਆਂ ਨਹੀਂ ਲੱਗਦੀਆਂ ਵੀ ਯਾਰ ਕੈਦੀ ਇਹਦੇ ਪੈਰਾਂ ਵਿੱਚ ਉਹਨਾਂ ਨੇ ਬੇੜੀਆਂ ਪਾਈਆਂ। ਪਰ ਬੰਦੇ ਦੇ ਮਨ ਵਿੱਚ ਵੀ ਤੇ ਮਨ ਦੇ ਪੈਰਾਂ ਵਿੱਚ ਵੀ ਤੇ ਬੇੜੀਆਂ ਪਈਆਂ ਹੋਈਆਂ ਨੇ ਨਾ। ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਖਾ ਨਹੀਂ ਸਕਦਾ, ਆਪਣੀ ਮਰਜ਼ੀ ਨਾਲ ਪੀ ਨਹੀਂ ਸਕਦਾ, ਆਪਣੀ ਮਰਜ਼ੀ ਨਾਲ ਤੁਰ ਨਹੀਂ ਸਕਦਾ, ਬੰਦਾ ਮਾਨਸਿਕ ਤੌਰ 'ਤੇ ਗੁਲਾਮ ਆ। ਅੱਜ ਤੁਸੀਂ ਵੇਖੋ ਕਈ ਬੰਦੇ ਸ਼ਨੀਵਾਰ ਕਾਰ ਲੈਣ ਜਾਣਾ ਹੋਵੇ ਤਾਂ ਪੁੱਛਦੇ ਆ, ਕਿਉਂਕਿ ਉਹ ਕਹਿੰਦੇ ਸ਼ਨੀਵਾਰ ਤੇ ਲੋਹਾ ਲੈ ਕੇ ਨਹੀਂ ਆਈਦਾ ਜੀ, ਸ਼ਨੀਵਾਰ ਤੇ ਮਾੜਾ ਹੁੰਦਾ ਹੈ। ਬੁੱਧਵਾਰ ਅਸੀਂ ਤੇ ਜਿਹੜੇ ਦਿਨ ਵਾ ਉਹ ਵੀ ਚੰਗੇ ਮਾੜੇ ਬਣਾਤੇ ਵੀ ਬੁੱਧ ਹੈ ਤੇ ਕੰਮ ਸ਼ੁੱਧ ਹੋ ਜਾਣਾ। ਦਿਨ ਕੋਈ ਚੰਗਾ ਮਾੜਾ ਨਹੀਂ, ਦਿਨ ਉਹ ਚੰਗਾ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ। ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਤੁਸੀਂ ਜਿੱਦਣ ਚੰਗਾ ਕੰਮ ਕਰਦੇ ਹੋ ਤੁਹਾਡੇ ਲਈ ਦਿਨ ਚੰਗਾ ਉਹ ਆ। ਜਿੱਦਣ ਹੁਣ ਮੰਨ ਲਓ ਬੁੱਧਵਾਰ ਹੋਵੇ ਤੇ ਸਾਡਾ ਮਨ ਮਾੜੇ ਕੰਮ ਕਰਦਾ ਹੋਵੇ, ਮਾੜਾ ਸੋਚਦਾ ਹੋਵੇ, ਤੁਹਾਡੇ ਲਈ ਬੁੱਧਵਾਰ ਚੰਗਾ ਕਿੱਦਾਂ ਹੋ ਜੂ ਭਲਾ? ਗੱਲ ਤੇ ਤੁਹਾਡੇ 'ਤੇ ਡਿਪੈਂਡ ਕਰਦਾ। ਜੇ ਮੈਂ ਚੰਗਾ ਵਾਂ, ਸਤਿਗੁਰ ਨੇ ਬਾਣੀ 'ਚ ਪਤਾ ਕੀ ਲਿਖਿਆ? ਕਹਿੰਦੇ ਸਫਲ ਮਹੂਰਤ ਮੰਮਾ ਰਾਰਾ ਤੱਤਾ। ਜਦੋਂ ਇੱਥੇ ਔਂਕੜ ਲੱਗੇਗਾ ਨਾ, ਇਹਦਾ ਅਰਥ ਆਏਗਾ ਸਮਾਂ। ਜਦੋਂ ਮੂਰਤ ਦੇ ਤੱਤੇ ਨੂੰ ਸਿਹਾਰੇ ਆਏਗੀ ਉਦੋਂ ਬਣ ਜਾਏਗਾ ਸ਼ਕਲ। ਹੁਣ ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਪੜਾਂਗੇ, ਅੱਜ ਸਮੱਸਿਆ ਪਤਾ ਕੀ ਸਾਧ ਸੰਗਤ ਜੀ, ਗੁੱਸਾ ਨਾ ਮਨਾਇਓ, ਅੱਜ ਸਾਡਿਆਂ ਪਰਿਵਾਰਾਂ ਵਿੱਚ ਬਾਣੀ ਪੜ੍ਹਨ ਵਾਲੀ ਵਿਚਾਰ ਖਤਮ। ਇਸੇ ਕਰਕੇ ਦੇਹਧਾਰੀ ਪ੍ਰਥਾ ਨੇ ਜਨਮ ਲੈ ਲਿਆ। ਕੋਈ ਕਿਸੇ ਨੂੰ ਮੰਨੀ ਜਾਂਦਾ, ਕਿਸੇ ਨੂੰ ਕੋਈ ਵੀਰਵਾਰ ਦੀਵਾ ਜਗਾਈ ਜਾਂਦਾ, ਕੋਈ ਕਿਸੇ ਨੂੰ ਬਾਬੇ ਨੂੰ ਮੰਨੀ ਜਾਂਦਾ, ਕੋਈ ਕਿਸੇ ਕੋਲ ਆਸ਼ੀਰਵਾਦ ਲਈ ਜਾਂਦਾ। ਕਿੱਡਾ ਵੱਡਾ ਸਾਡੇ ਕੋਲ ਮਹਾਨ ਖਜ਼ਾਨਾ ਕੋਈ ਟਾਵਾਂ ਪਰਿਵਾਰ ਹੈ ਜਿਹਦੇ ਘਰ ਵਿੱਚ ਸਤਿਗੁਰ ਦੀ ਬਾਣੀ ਪੜ੍ਹੀ ਜਾਂਦੀ ਆ, ਸਮਝੀ ਜਾਂਦੀ ਆ। ਵਿਚਾਰ ਐਡਾ ਵੱਡਾ ਖਜ਼ਾਨਾ ਹੈ ਸਾਡੇ ਕੋਲ। ਜ਼ਿੰਦਗੀ ਦੇ ਹਰ ਪਹਿਲੂ ਤੋਂ, ਜ਼ਿੰਦਗੀ ਦਾ ਹਰ ਪਹਿਲੂ ਕਿਸੇ ਪੱਖੋਂ ਵੀ ਤੁਸੀਂ ਵਿਚਾਰ ਕਰ ਲਓ, ਕੋਈ ਇੱਦਾਂ ਦਾ ਕੁਐਸਚਨ ਨਹੀਂ ਹੈਗਾ ਜਿਹੜਾ ਸਤਿਗੁਰ ਨੇ ਪੈਦਾ ਕੀਤਾ ਹੋਵੇ ਅਤੇ ਉਹਦਾ ਆਨਸਰ ਲੈਣ ਲਈ ਸਾਨੂੰ ਬਾਹਰੋਂ ਕਿਤੇ ਕਿਸੇ ਹੋਰ ਕੋਲੋਂ ਪੁੱਛਣ ਦੀ ਲੋੜ ਪੈਂਦੀ ਹੋਵੇ। ਹਰ ਇੱਕ ਗੱਲ ਦਾ ਜਵਾਬ ਸਤਿਗੁਰ ਨੇ ਬਾਣੀ ਵਿੱਚ ਸਾਨੂੰ ਪਰੋਸ ਕੇ ਦਿੱਤਾ ਹੋਇਆ। ਬਸ ਲੋੜ ਕੀ ਆ? ਸਤਿਗੁਰ ਦੀ ਬਾਣੀ ਨੂੰ ਸਮਝਣ ਦੀ ਅਤੇ ਵਿਚਾਰਨ ਦੀ। ਹੁਣ ਉੱਥੇ ਸਤਿਗੁਰੂ ਜੀ ਕਹਿੰਦੇ ਨੇ ਸਫਲ ਮਹੂਰਤ। ਮਹੂਰਤ ਕਹਿੰਦੇ ਸਮੇਂ ਨੂੰ, ਉਹ ਸਮਾਂ ਬੜਾ ਚੰਗਾ ਹੈ। ਸਫਲਾ ਘੜੀ, ਉਹ ਘੜੀ ਚੰਗੀ ਆ। ਸਫਲ ਮਹੂਰਤ ਸਫਲਾ ਘੜੀ ਕਿਹੜੀ ਮਹਾਰਾਜ? ਕਹਿੰਦੇ ਜਿੱਤ ਸੱਚੇ ਨਾਲ ਪਿਆਰ। ਜਦੋਂ ਮੇਰੀ ਜ਼ਿੰਦਗੀ 'ਚ ਸੱਚ ਨਾਲ ਪਿਆਰ ਪੈਦਾ ਹੁੰਦਾ, ਯਾਨੀ ਕਿ ਜਦੋਂ ਮੈਂ ਸੱਚਾ ਹੁੰਦਾ ਵਾਂ, ਬੰਦੇ ਦੀ ਜ਼ਿੰਦਗੀ 'ਚ ਸੱਚਾਈ ਆ ਜਾਏ ਨਾ, ਸੱਚਾਈ ਹੋਵੇ ਤੁਹਾਡੇ ਪੱਲੇ, ਇਹ ਤੋਂ ਵਧੀਆ ਸਮਾਂ ਤੁਹਾਡੀ ਜ਼ਿੰਦਗੀ 'ਚ ਹੋਰ ਹੈ ਹੀ ਕੋਈ ਨਹੀਂ। ਇੱਕ ਨੁਕਤਾ ਚੇਤੇ ਰੱਖ ਲਓ, ਜਦੋਂ ਬੰਦਾ ਜੀਓ ਨਿਰਮਲ ਤੇ ਬਾਹਰੋਂ ਨਿਰਮਲ, ਕੱਪੜੇ ਵੀ ਸਾਫ਼ ਪਾਏ ਆ ਤੇ ਬੰਦਾ ਅੰਦਰੋਂ ਵੀ ਨਿਰਮਲ ਵਾ। ਬੰਦੇ ਦੇ ਕੱਪੜੇ ਵੀ ਸਾਫ਼ ਸੁਥਰੇ ਆ, ਬਾਹਰੋਂ ਵੀ ਸਾਫ਼ ਸੁਥਰਾ ਤੇ ਮਨ ਵੀ ਸਾਫ਼ ਸੁਥਰਾ ਵਾ। ਇਹਦੇ ਨਾਲੋਂ ਵਧੀਆ ਸਮਾਂ ਬੰਦੇ ਦੀ ਜ਼ਿੰਦਗੀ ਚੰਗਾ ਦੂਜਾ ਹੋ ਹੀ ਨਹੀਂ ਸਕਦਾ। ਬੰਦਾ ਅੰਦਰੋਂ ਮੈਲਾ ਹੋਵੇ, ਅੰਦਰ ਖੋਟ ਹੋਵੇ, ਬੇਈਮਾਨੀ ਹੋਵੇ, ਜਿਹੜੇ ਮਰਜ਼ੀ ਪੰਡਤ ਨੂੰ ਪੁੱਛ ਲੈ, ਜਿਹੜੇ ਮਰਜ਼ੀ ਬਾਬੇ ਨੂੰ ਪੁੱਛ ਲੈ, ਜਿਹਨੂੰ ਮਰਜ਼ੀ ਪੁੱਛ ਕੇ ਤੁਰ ਤੂੰ, ਤੇਰੇ ਵਾਸਤੇ ਇਹਦੇ ਨਾਲੋਂ ਘਟੀਆ ਸਮਾਂ ਦੂਜਾ ਕੋਈ ਹੋ ਹੀ ਨਹੀਂ ਸਕਦਾ। ਕਿਉਂਕਿ ਜਦੋਂ ਤੂੰ ਆਪ ਹੀ ਸਹੀ ਨਹੀਂ ਹੈਗਾ, ਤੇਰਾ ਬੰਦਾ ਦੂਜਾ ਸਮਾਂ ਕਿੱਦਾਂ ਸਹੀ ਬਣਾ ਦੂ? ਤੂੰ ਆਪਣਾ ਸਮਾਂ ਖੁਦ ਆਪ ਚੰਗਾ ਬਣਾਉਣਾ ਹੈ। ਕਿਹਨੂੰ? ਆਪਣੇ ਗੁਰੂ ਨੂੰ ਪੁੱਛ ਕੇ। ਸਤਿਗੁਰੂ ਜੀ ਕਹਿੰਦੇ ਸਫਲ ਮਹੂਰਤ ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗਈ। ਉਹਨੂੰ ਨਾ ਦੁੱਖ ਲੱਗੂ ਨਾ ਸੰਤਾਪ ਲੱਗੂ, ਜਿਸ ਹਰ ਕਾ ਨਾਮ ਆਧਾਰ। ਜਿਹਨੇ ਆਪਣੀ ਜ਼ਿੰਦਗੀ ਦਾ ਆਧਾਰ ਸੱਚ ਨੂੰ ਬਣਾ ਲਿਆ, ਜਿਸ ਹਰ ਕਾ ਨਾਮ ਆਧਾਰ। ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਗੁਰੂ ਨੇ ਬਾਂਹ ਫੜ ਕੇ ਉਹਨਾਂ ਨੂੰ ਬੁਰਿਆਂ ਕੰਮਾਂ 'ਚੋਂ ਬਾਹਰ ਕੱਢ ਲਿਆ। ਹੁਣ ਧਿਆਨ ਦੇ ਕੇ ਸੁਣਿਓ, ਜਦੋਂ ਕਿਸੇ ਦੀ ਕੋਈ ਬਾਂਹ ਫੜਦਾ, ਬਾਂਹ ਉਹ ਫੜਦਾ ਨਾ ਜਿਹਦੀ ਆਪਣੀ ਬਾਂਹ ਹੁੰਦੀ ਹੈ। ਹੁਣ ਮੰਨ ਲਓ ਜਿਹੜਾ ਕੋਈ ਬੰਦਾ ਦਰਿਆ 'ਚ ਰੁੜਦਾ ਜਾ ਰਿਹਾ, ਕੋਈ ਬੰਦਾ ਦਰਿਆ 'ਚ ਰੁੜ ਰਿਹਾ, ਉਹਨੂੰ ਤੁਸੀਂ ਕਹੋਗੇ ਆਪਣੀ ਬਾਂਹ ਫੜਾ ਭਾਈ, ਅਤੇ ਬਾਂਹ ਤਾਂ ਹੀ ਫੜੇਗਾ ਜੇ ਤੁਹਾਡੀ ਆਪਣੀ ਬਾਂਹ ਹੋਏਗੀ ਤੇ, ਕਿਉਂਕਿ ਬਾਂਹ ਵਾਲੇ ਨੂੰ ਬਾਂਹ ਫੜਾਈ ਜਾਂਦੀ ਹੈ ਨਾ। ਹੁਣ ਇੱਥੇ ਸ਼ਬਦ ਵਰਤਿਆ ਬਾਂਹ ਪਕੜ ਗੁਰ ਕਾਢਿਆ। ਗੁਰੂ ਨੇ ਬਾਂਹ ਫੜ ਕੇ ਬਾਹਰ ਕੱਢ ਲਿਆ। ਹੁਣ ਜੇ ਕੋਈ ਸਾਨੂੰ ਸਵਾਲ ਕਰ ਦੇਵੇ ਵੀ ਸਾਡਾ ਗੁਰੂ ਤੇ ਸ਼ਬਦ ਹੈ, ਸਾਡਾ ਗੁਰੂ ਤੇ ਗਿਆਨ ਹੈ, ਗੁਰੂ ਦੀ ਕਿਹੜੀ ਬਾਂਹ ਹੁੰਦੀ ਹੈ? ਮੈਨੂੰ ਕਿੱਦਾਂ ਗੁਰੂ ਬਾਹਰ ਕੱਢੂਗਾ? ਜੇ ਮੈਨੂੰ ਇਹਨਾਂ ਸ਼ਬਦਾਂ ਦੇ ਸਹੀ ਅਰਥ ਨਾ ਆਉਂਦੇ ਹੋਏ
तो लोगों ने देहधारी बाबिਆਂ को तुरे फिरना भी बांह तो भाई शरीर ही फड़ूगा ना, तां ही वो देहधारी बाबिਆਂ को जाने असी। ਇੱਥੇ ਘੁੰਡੀ है जिहड़ी गल समझण ਦੀ लोड़ है। बांह फड़न ਦਾ अर्थ एक मुहावरा वा, किवें भला मन लो। कई वारी की हुंदा भी अपने ते घर च कोई विपता पै गई, कोई घटना वापर गई, साडा कोई दोस्त मित्र साडे तो हज़ारां मील हज़ारां किलोमीटर दूर बैठा, मान लो घर च पिता बीमार हो गया, पुत्र बीमार हो गया, पत्नी बीमार हो गई, घर च कोई विपता आण पई, साडे दोस्त मित्र नूं साडे तो दूर बैठे नूं पता लग गया, उन्हें दूर बैठे ने साडी हैल्प कर दी, मान लो उन्हें मदद कर दी साडी भी मेरे दोस्त नूं इस वक्त लोड़ है, उसका पिता बीमार आ, उसकी पत्नी बीमार आ, उसका पुत्र बीमार आ, लो उन्होंने आर्थिक पक्षों जरूरत सी, उन्हें तुहाडी हैल्प कर दी। 2 साल बाद 3 साल बाद तुसीं उहदे पैसे दिते मोड़, पर जदों भी 4 बंदियां तुसीं बहिंदे हो की कहिंदे हो भला, जे मेरा दोस्त मेरी उदों बांह ना फड़दा तो मैं अज अपने पिता का मूँह नहीं सी वेख सकता। उन्हें बांह किदां फड़ी, कोल आण के, उन्हें दूर बैठे ने साडी बोलो जी मदद कर दी। ये बांह फड़ना एक मुहावरा वा, जिवें आपां नहीं कहते उन्हें मेरी बांह फड़ ली। बांह फड़न का अर्थ ये भी इदां गुट्टों फड़ना ही बांह फड़नी हुंदी है। बांह फड़न का अर्थ हुंदा कई वारी आपां समाज विच वेखदे हां किसी दा कोई पति चढ़ाई कर गया, उन्हां बच्चियां दी दूर बैठा बंदा भी हैल्प करदा, उहदे बच्चियां दी फीस तार दिंदा, तो वह भैन कई वारी कहिंदी नहीं आ जे मेरा भरा उस टाइम मेरी बांह ना फड़दा शायद मेरे बच्चे जिहड़े अज पढ़ लिख के इस तक पहुँचे कदी भी पहुँच ना सकदे। गुरु बांह किदां फड़दा है, गुर पूरे मेरी राख लई। जदों मेरे अंदर लालच आउण लगदा, जदों मेरे अंदर काम वाशनावां जोर फड़दियां ने, उदों मेरा गुरु मेरी बांह फड़दा, मैनूं चंगी मत दिंदा कि इस रस्ते ते ना तुरी, इस रस्ते ते सवाए दुख तो होर कुछ भी नहीं। साध संगत जिहड़ा लालच है ना, लालच ध्यान नाल सुणिओ, ये बंदे दी सुंदरता खराब कर दिंदा है। ये रामकली राग अंदर भाई सत्ता बलवंड जी लिखते हैं, लभ विनाहे मानसा ज्यों पानी बूर। वेखे ना एक पानी आप पीने, जिहड़ा पानी आ छप्पड़ां दा हुंदा, सरोवरां दा, ये पानी उत्ते जाला पै जांदा। पानी तो साफ ही आ, पर जिहड़ा उत्ते जाला आ जांदा ना, वो जाला पानी की सुंदरता नूं खराब कर दिंदा। आपां वेखदे जिहड़ा पानी ज़्यादा चिर खड़ा रहे उहदे उत्ते जाला आ जांदा। अच्छा उत्तों तुहानूं जाला दिस रिहा, बूर भी कहिंदे कईयां इलाकिਆਂ, क्योंकि माझा मालवा दुआबा अपने अपने इलाके की बोली है। किसी इलाके 'च बूर आंदा, किसी इलाके जाला कह दिंदे आ, उत्ते हरिया हरिया जिहा उत्ते जम जांदा। हुण की करदे, पीण वाले पानी उहनूं जाले नूं परां कर दिंदे, इदां थल्लिओं पानी पी लैंदे आ। पानी तो बड़ा सोहना सी, पर जाले ने पानी की सुंदरता नूं की कर दिता जी, खराब कर दिता। बंदा तो बड़ा सोहना हुंदा वा, भावें औरत है भावें मर्द है, उन्होंने खराब कौन करदा, लालच। लालच बंदे की सुंदरता नूं इंज खराब कर दिंदा है जिवें जाला पानी की सुंदरता नूं खराब कर दिंदा है। आपां समाज में जदों किसी नूं चंगा माड़ा कहने, किदां कहने, कोई अफसर होवे, कोई पटवारी, कानूगो, तहसीलदार, कोई पुलिस अफसर, जो भी ला लो तुसीं, तुहाडा उहदे नाल वाह पवे। बंदा भावें जिन्ना मर्जी तगड़ा होवे, तगड़ी गड्डी च आया होवे, तुहाडा वाह पवे, तुसीं जायज़ काम कराउण लई भी रिश्वत देनी पवे, तुसीं की आंदे उहदे बारे, बड़ा घटिया अफसर है भी, बड़ा गंदा अफसर है जी। वो गंदा किदां है, क्योंकि रिश्वत लैंदा है। जायज़ काम कराउण लई भी उहनूं कुछ ना कुछ देना पैंदा। इहदा अर्थ की है, बंदे दी सुंदरता, इंसान दी सुंदरता लालच ने खराब कर दित्ती। लभ विनाहे मानसा ज्यों पानी बूर। जिवें पानी नूं जाला खराब कर दिंदा है, इदां ही लालच इंसान नूं खराब कर दिंदा है। हुण जे इदां एक एक गल दी बंदे नूं समझ आउण लगे तो बंदा पूरा जीवन पूरा दिन उहदे ते पहरा देवे। क्यों साध संगत जी, रात नूं नींद वधिया आऊ कि नहीं आऊ? जे मान लो इदां बंदे नूं समझ आउण लग पई किहड़ी चीज़ मैनूं खराब करदी है। जिवें एग्जाम्पल तौर पर डॉक्टर कोल आपां क्यों जाने, डॉक्टर सानूं दसदा ना भी तेरी बीमारी आ चीज़ां खाण नाल वधदी है ते आ चीज़ां ना खाण नाल घटदी है। हुण एक बंदे ने कदी शुगर अपनी टैसट नहीं कराई, चैक नहीं कराई, उन्होंने की पता भी मिठा मेरे लिए जहर है। हुण जदों चैक करा लैंदा फिर उहदे सामने कोई इदां गजरेला, कोई बर्फी, कोई गुलाब जामुन रखदा, जी तो अज भी करदा खाण नूं, पर वो की आंदा, बस
ਤੁਸੀਂ ਕੀ ਸੋਚਦੇ ਹੋ ਵੀ ਜਿਹੜਾ ਸ਼ੂਗਰ ਵਾਲਾ ਬੰਦਾ ਹੈ ਉਹਦਾ ਗੁਲਾਬ ਜਾਮੁਨ ਖਾਣ ਨੂੰ, ਬਰਫੀ ਖਾਣ ਨੂੰ, ਗਜਰੇਲਾ ਖਾਣ ਨੂੰ ਦਿਲ ਨਹੀਂ ਕਰਦਾ? ਦਿਲ ਉਹਦਾ ਸਗੋਂ ਦੂਜਿਆਂ ਨਾਲੋਂ ਜ਼ਿਆਦਾ ਕਰਦਾ ਹੈ। ਪਰ ਕਿਉਂ ਨਹੀਂ ਖਾ ਰਿਹਾ? ਉਹਨੂੰ ਪਤਾ ਵੀ ਜੇ ਮੈਂ ਇਹ ਖਾ ਲਿਆ ਨਾ, ਇਹਦੇ ਨਾਲ ਖਾਣ ਦਾ ਸਵਾਦ ਤਾਂ 1 ਮਿੰਟ ਦਾ ਹੈ, ਪਰ ਇਹਦਾ ਨਤੀਜਾ ਮੈਨੂੰ ਮੁੜ ਕੇ ਬਾਅਦ ਵਿੱਚ ਭੁਗਤਣਾ ਪੈਣਾ। ਵੀ ਖਾਣ ਨੂੰ ਤਾਂ ਵੀ ਇੱਦਾਂ ਇੱਕ ਵਾਰੀ ਸਵਾਦ ਆ ਗਿਆ, ਚੰਗਾ ਲੱਗ ਗਿਆ, ਉਹ ਫਿਰ ਕੀ ਕਰਦਾ? ਕਹਿੰਦਾ ਨਹੀਂ ਜੀ ਬਸ ਵੀ ਮੈਂ ਨਹੀਂ ਹੁਣ ਖਾਣਾ। ਕਿਉਂ? ਉਹਨੂੰ ਪਤਾ ਵੀ ਮੈਂ ਨਹੀਂ ਖਾਵਾਂਗਾ ਨਾ, ਇਹਦੇ ਨਾਲ ਮੇਰਾ ਸਰੀਰ ਤੰਦਰੁਸਤ ਰਹੇਗਾ। ਪਤਾ ਲੱਗ ਗਿਆ ਨਾ। ਜਦੋਂ ਬੰਦੇ ਨੂੰ ਪਤਾ ਲੱਗ ਗਿਆ ਵੀ ਲਾਲਚ ਮੈਨੂੰ ਖਰਾਬ ਕਰਦਾ, ਬੰਦਾ ਲਾਲਚ 'ਤੇ ਪਹਿਰਾ ਦੇਵੇਗਾ ਨਾ। ਫਿਰ ਜੇ ਭਾਈ ਤੂੰ ਸ਼ੂਗਰ 'ਤੇ ਪਹਿਰਾ ਦੇ ਸਕਦਾ ਵੀ ਹੁਣ ਤੇਰੇ ਸਾਹਮਣੇ ਗੁਲਾਬ ਜਾਮੁਨ ਪਿਆ, ਬਰਫੀ ਪਈ ਹੈ, ਤੂੰ ਨਹੀਂ ਖਾ ਰਿਹਾ, ਕਿਉਂ ਨਹੀਂ ਖਾ ਰਿਹਾ? ਕਿਉਂਕਿ ਤੈਨੂੰ ਪਤਾ ਹੈ ਇਹਨੇ ਤੇਰੇ ਸਰੀਰ ਦਾ ਨੁਕਸਾਨ ਕਰਨਾ ਹੈ। ਇੱਦਾਂ ਹੀ ਹੁਣ ਉਹਨੇ ਸਰੀਰ ਦਾ ਨੁਕਸਾਨ ਕਰਨਾ, ਲਾਲਚ ਮਾਨੇ ਕਰਨਾ, ਉਹਨੇ ਤੇਰੀ ਜ਼ਿੰਦਗੀ ਦਾ ਨੁਕਸਾਨ ਕਰ ਦੇਣਾ। ਅੱਜ ਬਹੁਤਿਆਂ ਬੰਦਿਆਂ ਦੇ ਸਮਾਜ ਵਿੱਚ ਜ਼ਿੰਦਗੀ ਦੇ ਨੁਕਸਾਨ ਹੋਣ ਦਾ ਕਾਰਨ ਲਾਲਚ ਹੈ। ਲਾਲਚ ਇਨਸਾਨ ਨੂੰ ਖਰਾਬ ਕਰਦਾ। ਬਾਣੀ 'ਚ ਬਾਰ-ਬਾਰ ਲਿਖਿਆ। ਵੈਸੇ ਬਾਣੀ 'ਚ ਪਤਾ ਕੀ ਲਿਖਿਆ? ਧਿਆਨ ਨਾਲ ਸੁਣਿਓ। ਗੁਰੂ ਸਾਹਿਬ ਕਹਿੰਦੇ ਜੇ ਬੰਦਿਆ ਸੁਖੀ ਹੋਣਾ ਚਾਹੁੰਦਾ ਲਾਲਚ ਛੱਡ ਦੇ। ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ। ਲਾਲਚ ਕਦੋਂ ਬਣਦਾ? ਹੁਣ ਮੰਨ ਲਓ ਤੁਸੀਂ ਰੋਟੀ ਖਾਧੀ, ਧਿਆਨ ਨਾਲ ਸੁਣਿਓ, ਤੁਹਾਡੇ ਘਰ ਪ੍ਰਸ਼ਾਦਾ ਬਣਿਆ, ਤੁਹਾਨੂੰ ਪਤਾ ਮੈਂ 1 ਰੋਟੀ ਰੋਜ਼ ਖਾਣਾ, 2 ਖਾਣਾ, ਮੈਂ ਇੰਨੀ ਸਬਜ਼ੀ ਖਾਣਾ, ਪਰ ਸਵਾਦ ਬਣੀ ਹੋਵੇ ਤੇ ਬੰਦਾ ਲਾਲਚ ਕਰ ਲੈਂਦਾ ਨਾ ਥੋੜ੍ਹਾ ਜਿਹਾ, ਕਹਿੰਦਾ ਕੋਈ ਗੱਲ ਨਹੀਂ ਸਵਾਦ ਬਣੀ, ਥੋੜ੍ਹਾ ਜਿਹਾ ਲਾਲਚ ਕਰ ਲਓ। ਥੋੜ੍ਹਾ ਜਿਹਾ ਖਾਣ ਦਾ ਬੰਦੇ ਨੇ ਵੱਧ ਲਾਲਚ ਕੀਤਾ, ਵੱਧ ਖਾ ਗਿਆ, ਸਰੀਰ ਨੇ ਨਾਲ ਹੀ ਦੱਸਤਾ ਹਜਮ ਨਹੀਂ ਹੋਇਆ, ਬਦ ਹਜਮੀ ਹੋ ਗਈ। ਇੱਕ ਵਾਰ ਥੋੜ੍ਹੇ ਜਿਹੇ ਵੱਧ ਖਾਣ ਦਾ ਕਾਰਨ ਕੀ ਬਣਿਆ? ਬੰਦੇ ਨੂੰ 2 ਡੰਗ ਮੁੜ ਕੇ ਰੋਟੀ ਖਾਣ ਦੀ ਲੋੜ ਪਈ ਨਹੀਂ। ਕਿਉਂ? ਕਿਉਂਕਿ ਸਰੀਰ ਸੈੱਟ ਹੀ ਨਹੀਂ ਬੈਠਾ। ਮੁੜ ਕੇ ਘਰਦਿਆਂ ਦੇ ਕੁਝ ਬਣਾਈਏ, ਕਹਿੰਦਾ ਖਿਚੜੀ ਬਣਾ ਲਓ, ਅਜੇ ਮੇਰਾ ਸਰੀਰ ਠੀਕ ਨਹੀਂ ਹੈ। ਅਤੇ ਜੇ ਉਦੋਂ ਕੰਟਰੋਲ ਨਾ ਖਾਂਦਾ, ਸ਼ਾਮ ਨੂੰ ਫਿਰ ਕੁਝ ਨਾ ਕੁਝ ਖਾਧਾ ਜਾਣਾ ਸੀ। ਇਹਦਾ ਅਰਥ ਜੇ ਮਨ ਦੀ, ਤਨ ਦੀ ਖੁਰਾਕ ਦੇ ਵਿੱਚ ਮਾੜਾ ਜਿਹਾ ਲਾਲਚ ਕੀਤਾ ਅਤੇ ਸਰੀਰ ਨੇ ਨਾਲ ਹੀ ਵਿਖਾਤਾ ਨਾ ਕਿ ਲਾਲਚ ਛੱਡ ਦੇ। ਅਤੇ ਜਿਹੜੇ ਬੰਦੇ ਰੋਜ਼ ਹੀ ਮਨ ਦੇ ਲਾਲਚ ਕਰਦੇ ਆ, ਕਿੰਨੇ ਲੋਕ ਜੇਲ੍ਹਾਂ 'ਚ, ਅੱਛਾ ਇੱਕ ਬੰਦੇ 'ਤੇ ਨੌਕਰੀਆਂ ਲੱਭਦੇ ਆ, ਕਈ ਬੰਦੇ ਨੌਕਰੀਆਂ ਕਰਦੇ ਜੇਲ੍ਹਾਂ 'ਚ ਬੈਠੇ ਆ। ਕਿਹੜੇ ਬੈਠੇ ਆ? ਜਿਹਨਾਂ ਬੰਦਿਆਂ ਦੀ 70-70, 80-80 ਹਜ਼ਾਰ ਰੁਪਈਆ ਸੈਲਰੀ ਸੀ, 2-4 ਹਜ਼ਾਰ ਰਿਸ਼ਵਤ ਲੈਂਦੇ ਫੜੇ ਗਏ। ਹੁਣ ਕਿੱਥੇ 70-80 ਹਜ਼ਾਰ, ਕਿੱਥੇ 2-4 ਹਜ਼ਾਰ ਰੁਪਈਆ, ਪਰ ਰਿਸ਼ਵਤ। ਲਾਲਚ ਹੈ ਨਾ, ਲਾਲਚ ਇਨਸਾਨ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ, ਇੱਦਾਂ ਖਰਾਬ ਕਰ ਦਿੰਦਾ। ਇੱਦਾਂ ਕਹਿ ਲਓ ਜਿਵੇਂ ਸੂਰਜ ਹੈ ਨਾ, ਸੂਰਜ ਨੂੰ ਗ੍ਰਹਿਣ ਉਹਦੀ ਸੁੰਦਰਤਾ ਖਰਾਬ ਕਰਦਾ। ਲਾਲਚ ਬੰਦੇ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਜਾਂਦਾ। ਫਿਰ ਲੋਕ ਚੰਗਾ ਨਹੀਂ ਕਹਿੰਦੇ, ਕਹਿੰਦੇ ਨਾ ਲਾਲਚੀ ਹੈ ਭਾਈ, ਇਹ ਚੰਗਾ ਨਹੀਂ ਹੈਗਾ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾਉਂਦੇ ਨੇ, ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ। ਹੋਣਾ ਪਤਾ ਕੀ ਚਾਹੀਦਾ ਸੀ ਸਾਡੇ ਘਰਾਂ 'ਚ? ਸ਼ਬਦਾਂ ਦੀਆਂ, ਜਿਵੇਂ ਆਹ ਬਹੁਤ ਸੋਹਣਾ ਤੁਸੀਂ ਕੀਤਾ, ਆ ਬਾਣੀ ਦੀਆਂ ਤੁਕਾਂ ਲਿਖੀਆਂ, ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਇੱਦਾਂ ਆਪਣੇ ਘਰਾਂ 'ਚ ਵੀ ਨਾ ਸਾਨੂੰ ਸ਼ਬਦਾਂ ਦੇ ਮੋਮੈਂਟੋ ਬਣਾ ਕੇ ਆਪਣੇ ਘਰਾਂ 'ਚ ਲਾਉਣੇ ਚਾਹੀਦੇ ਆ। ਫੋਟੋਆਂ ਨਹੀਂ, ਨਾ 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 ਨਾ, ਗੁਰਮੂਰਤ ਗੁਰ ਸ਼ਬਦ ਹੈ ਸਾਡਾ। ਗੁਰੂ ਸ਼ਬਦ ਹੈ, ਗਿਆਨ ਹੈ, ਵਿਚਾਰ ਹੈ, ਫੋਟੋ ਨਹੀਂ ਹੈ ਗੁਰੂ ਸਾਡਾ। ਕਿਉਂਕਿ ਸਾਨੂੰ ਕੀ ਪਤਾ ਸਾਡੇ ਗੁਰੂ, ਨਾਲੇ ਗੁਰੂ ਸਾਹਿਬ ਆਪਣੇ ਸਰੀਰ ਨਾਲ ਨਹੀਂ ਜੋੜ ਕੇ ਗਏ, ਸਾਨੂੰ ਗਿਆਨ ਨਾਲ, ਉਪਦੇਸ਼ ਨਾਲ, ਵਿਚਾਰ ਨਾਲ ਜੋੜ ਕੇ ਗਏ ਨੇ। ਜਦੋਂ ਸਮਝਾਂਗੇ ਅਸੀਂ, ਹੁਣ ਆਪਾਂ ਕਿਸੇ ਦੇ ਘਰ ਜਾਣਾ ਹੋਵੇ, ਤੁਸੀਂ ਜਿਹੜੇ ਵਿਦੇਸ਼ 'ਚੋਂ ਆਏ ਮੇਰੇ ਵੀਰ, ਉਹਨਾਂ ਨੂੰ ਜ਼ਿਆਦਾ ਪਤਾ। ਇੱਥੇ ਵੀ ਅੱਜ ਕੱਲ੍ਹ ਤਾਂ ਆਪਾਂ ਜਦੋਂ ਕਿਸੇ ਦੇ ਪਿੰਡ ਜਾਂਦੇ ਹਾਂ, ਕਿਸੇ ਸ਼ਹਿਰ ਜਾਂਦੇ ਹਾਂ, ਅੱਜ ਕੱਲ੍ਹ ਤਾਂ GPS ਹੈ, ਪੁੱਛਣ ਦੀ ਵੀ ਲੋੜ ਨਹੀਂ, ਅਗਲਾ ਲੋਕੇਸ਼ਨ ਭੇਜ ਦਿੰਦਾ। ਜਾਂ ਆਪਾਂ ਪਿੰਡ ਦਾ ਨਾਮ ਭਰ ਦਈਏ, ਮੰਨ ਲਓ ਤੁਸੀਂ ਇੱਥੋਂ ਦਿੱਲੀ ਜਾਣਾ, ਪਹਿਲੀ ਵਾਰ ਕਿਸੇ ਟੈਕਸੀ ਚਲਾਉਣ ਵਾਲੇ ਨੇ ਜਾਂ ਕਿਸੇ ਆਮ ਪਰਿਵਾਰ ਨੇ ਦਿੱਲੀ ਜਾਣਾ, ਉਹ ਕੀ ਕਰੂਗਾ? ਇੰਟਰਨੈਸ਼ਨਲ ਏਅਰਪੋਰਟ ਭਰੂਗਾ। ਇੱਥੋਂ ਦੱਸ ਦੇਣਾ GPS ਨੇ ਵੀ ਇੰਨੇ ਘੰਟੇ ਲੱਗਣੇ ਆ, ਆਹ ਰਸਤਾ ਹੈ, ਅਤੇ ਬੰਦੇ ਨੇ ਉਸ ਹਿਸਾਬ ਨਾਲ 1 ਘੰਟੇ, ਅੱਧੇ ਘੰਟੇ ਦਾ ਵਕਬਾ ਪਾ ਕੇ ਤੁਰ ਪੈਣਾ। ਅੱਛਾ, ਉੱਥੇ ਸ਼ਬਦਾਂ ਨਾਲ ਲਿਖਣਾ ਪਿਆ ਉਹਨੂੰ ਇੰਟਰਨੈਸ਼ਨਲ। ਦਿੱਲੀ ਦੇ ਏਅਰਪੋਰਟ ਦੀ ਫੋਟੋ ਪਾਇਆ ਅਤੇ GPS ਨੇ ਨਾ ਦੱਸਣਾ ਵੀ ਇੱਥੋਂ ਕਿੰਨੇ ਕਿਲੋਮੀਟਰ ਹੈ, ਕਿਉਂਕਿ GPS ਨੂੰ ਫੋਟੋ ਨਾਲ ਕੋਈ ਮਤਲਬ ਨਹੀਂ ਹੈ। ਤੁਸੀਂ ਕਿਸੇ ਦੇ ਘਰ ਜਾਣਾ ਹੈ, ਜਿਸ ਬੰਦੇ ਦੇ ਘਰ ਦੀ ਰਜਿਸਟਰੀ ਜਿਸ ਬੰਦੇ ਦੇ ਨਾਮ 'ਤੇ ਹੈ, ਮੰਨ ਲਓ ਆਪਣੇ ਘਰ ਕਿਸੇ ਬੰਦੇ ਨੇ ਆਉਣਾ ਹੋਵੇ ਅਤੇ ਆਪਾਂ ਉਹਨੂੰ ਕਹੀਏ ਵੀ ਹਾਂਜੀ ਸਾਡੇ ਘਰ ਆ ਜਾਓ, ਉਹ ਕਹੇ ਜੀ ਮੈਨੂੰ ਆਪਣੇ ਘਰ ਦਾ ਐਡਰੈਸ ਭੇਜ ਦਿਓ। ਅਤੇ ਮੰਨ ਲਓ ਆਪਾਂ ਆਪਣੇ ਕਹੀਏ ਜੀ ਫਲਾਣੇ ਬੰਦੇ ਦੇ ਘਰ, ਸਾਡਾ ਨਾਮ ਫਲਾਣੇ ਬੰਦੇ ਦੇ ਨਾਂ 'ਤੇ ਹੈ, ਅਸੀਂ ਉਹਦੀ ਫੋਟੋ ਭੇਜ ਦਿੰਦੇ ਹਾਂ। ਕੀ GPS ਨੂੰ ਫੋਟੋ ਦੀ ਸਮਝ ਆਏਗੀ? ਉੱਥੇ ਅੰਕਾਂ ਨਾਲ, ਸ਼ਬਦਾਂ ਨਾਲ ਲਿਖਣਾ ਪੈਣਾ ਹੈ, ਤਾਂ ਜਾ ਕੇ ਅਸੀਂ ਉਸ ਲੋਕੇਸ਼ਨ 'ਤੇ ਪਹੁੰਚ ਸਕਦੇ ਹਾਂ। ਆਪਾਂ ਤੁਰਦੇ ਹਾਂ ਮੇਨ ਹਾਈਵੇ 'ਤੇ, ਮੀਲ ਪੱਥਰ ਲੱਗਾ,
ਉਹਦੇ 'ਤੇ ਸ਼ਬਦ ਲਿਖਿਆ ਹੁੰਦਾ ਵੀ ਨਵਾਂ ਸ਼ਹਿਰ ਇੰਨੇ ਕਿਲੋਮੀਟਰ ਹੈ, ਲੁਧਿਆਣਾ ਇੰਨੇ ਕਿਲੋਮੀਟਰ ਹੈ, ਜਲੰਧਰ ਇੰਨੇ ਕਿਲੋਮੀਟਰ ਹੈ। ਜੇ ਇਕੱਲਾ ਬੁੱਤ ਲੱਗਾ ਹੋਵੇ ਉੱਥੇ ਲਿਖਿਆ ਕੱਖ ਨਾ ਹੋਵੇ, ਆਪਾਂ ਨੂੰ ਕੀ ਪਤਾ ਲੱਗੇਗਾ ਵੀ ਆਪਾਂ ਕਿਹੜੇ ਸ਼ਹਿਰ ਜਾ ਰਹੇ ਹਾਂ, ਕਿਹੜਾ ਸ਼ਹਿਰ ਕਿੰਨੇ ਕਿਲੋਮੀਟਰ ਰਹਿ ਗਿਆ। ਗੁਰੂ ਸਾਹਿਬ ਨੇ ਆਖਿਆ ਜ਼ਿੰਦਗੀ ਦੀ ਗੱਡੀ ਲੈ ਕੇ ਜਾ ਰਹੇ ਹਾਂ, ਆਹ ਸ਼ਬਦ ਹੈ, ਇਹਨੂੰ ਪੜ੍ਹੀ ਜਾ, ਆਪਣੀ ਜ਼ਿੰਦਗੀ ਸੌਖੀ ਕਰੀ ਜਾ। ਪਰ ਅਸੀਂ ਕੀ ਕਰਨ ਲੱਗ ਪਏ? ਆਰਤੀਆਂ ਕਰਨ ਲੱਗ ਪਏ, ਧੂਫ ਦਿਖਾਉਣ ਲੱਗ ਪਏ। ਅੱਜ ਮਾਰੋ ਆਪੋ ਆਪਣੇ ਪਰਿਵਾਰਾਂ 'ਚ ਧਿਆਨ, ਕਿੰਨਿਆਂ ਨੇ ਗੁਰਬਾਣੀ ਪੜ੍ਹੀ ਹੈ। ਅਸੀਂ ਆਪਣੀ ਲੋੜ ਨੂੰ ਇੰਗਲਿਸ਼ ਸਿੱਖ ਲਈ। ਮੈਂ ਆਪਣੀ ਜ਼ਿੰਦਗੀ 'ਚ ਕੰਟਰੀਆਂ 'ਚ ਵੇਖਿਆ, ਦੂਜੀਆਂ ਕੰਟਰੀਆਂ 'ਚ ਜਿਸ ਬੰਦੇ ਨੂੰ ABC ਵੀ ਨਹੀਂ ਸੀ ਆਉਂਦੀ, ਪਰ ਆਪਣੀ ਲੋੜ ਪੈਣ 'ਤੇ ਉਹਨੂੰ ਵੀ ਇੰਗਲਿਸ਼ ਸਿੱਖਣੀ ਪੈ ਗਈ। ਪਤਾ ਵੀ ਇਸ ਤੋਂ ਬਿਨਾਂ ਮੇਰਾ ਸਰਦਾ ਨਹੀਂ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਕਦੀ ਸਾਈਕਲ ਨਹੀਂ ਸੀ ਚਲਾਇਆ, ਉਹਨੂੰ ਵੀ ਗੱਡੀ ਚਲਾਉਣੀ ਪੈ ਗਈ। ਸਿੱਖੀ ਨਾ, ਕਿਉਂ? ਕਿਉਂਕਿ ਪਤਾ ਗੱਡੀ ਚਲਾਉਣ ਤੋਂ ਬਿਨਾਂ ਮੇਰਾ ਨਹੀਂ ਸਰਦਾ। ਪਰ ਜਦੋਂ ਗੱਲ ਆਈ ਬਾਣੀ ਦੀ, ਭਾਈ ਪੜ੍ਹ ਲਿਆ ਕਰੋ, ਤੇ ਬੰਦਾ ਸੋਚਦਾ ਲੈ ਇਹ ਪੜ੍ਹਨ ਦੀ ਕੀ ਲੋੜ ਹੈ, ਇਹ ਤਾਂ ਪਾਠ ਕੀਤਾ ਕਰਾਇਆ ਮਿਲ ਜਾਂਦਾ। ਇਹਦੇ ਵਾਸਤੇ ਕਿਸੇ ਨੂੰ ਕਹੀਏ ਲੈ ਭਾਈ ਤੂੰ ਪਾਠ ਪੜ੍ਹ ਦੇ, ਮੇਰੇ ਨਾਂ 'ਤੇ ਅਰਦਾਸ ਕਰ ਦੇ। ਕਿੱਡਾ ਚੰਗਾ ਹੁੰਦਾ ਜੇ ਹਰ ਘਰ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੈਂ ਕਹਿੰਦਾ ਸਾਰਾ ਦਿਨ ਛੱਡੋ, ਤੁਸੀਂ ਹਫ਼ਤੇ 'ਚ 2 ਦਿਨ ਮਿਥ ਲਓ ਕਿ ਅਸੀਂ ਰਲ ਕੇ ਇੱਦਾਂ ਗੁਰਬਾਣੀ ਦਾ ਪਾਠ ਕਰਨਾ। ਪੁਰਾਣਾ ਸਮਾਂ ਹੁੰਦਾ ਸੀ, ਰਲ ਕੇ ਪਰਿਵਾਰ ਬਾਣੀ ਪੜ੍ਹਦੇ ਸੀ। ਸਿੰਘ ਸਿੰਘਣੀ ਮਿਲ ਬਹਿ, ਚਰਚਾ ਕਰੇ ਅਪਾਰ, ਭਜਨ ਸਿਖਾਏ ਪੁੱਤਰ ਕੋ ਮਿਲ ਭਜ ਬਾਰੰਬਾਰ। ਬਹੁਤ ਕੁਝ ਹੈ ਜਿਹੜੇ ਬੱਚੇ ਆਪਣੇ ਮਾਂ-ਬਾਪ ਕੋਲੋਂ ਇਕੱਠਿਆਂ ਬੈਠ ਕੇ ਸਿੱਖਦੇ ਆ, ਜਿੱਥੇ ਬੈਠ ਕੇ ਉਹਨਾਂ ਨੂੰ ਬਾਣੀ ਸਮਝਾਈ ਜਾ ਸਕਦੀ ਹੈ, ਚੰਗੀਆਂ ਗੱਲਾਂ। ਇੱਕ ਉਮਰ ਹੈ, ਧਿਆਨ ਨਾਲ ਸੁਣਿਓ ਸਾਧ ਸੰਗਤ ਜੀ, ਇੱਕ ਉਮਰ ਹੈ ਜਿਸ ਉਮਰ ਤੱਕ ਤੁਸੀਂ ਚੰਗਾ ਮਾੜਾ ਸਿਖਾ ਦੇਣਾ ਹੈ। ਚੰਗਾ ਸਿਖਾਉਣਾ ਮਰਜ਼ੀ ਹੈ, ਮਾੜਾ ਸਿਖਾਉਣਾ ਤੁਹਾਡੀ ਮਰਜ਼ੀ। ਉਸ ਤੋਂ ਬਾਅਦ ਨੀਂਹ ਪੱਕੀ ਹੋ ਗਈ ਇੱਕ ਵਾਰ, ਜਿਵੇਂ ਇੱਕ ਮਕਾਨ ਬਣਾਉਣਾ, ਤੁਸੀਂ ਮਕਾਨ ਬਣਾਉਣ ਵਾਲੇ ਨੇ ਪੁੱਛਿਆ ਜੀ ਕਿੰਨੀ ਮੰਜ਼ਲੀ ਬਣਾਉਣੀ ਹੈ, ਤੁਸੀਂ ਉਹਨੂੰ ਮੋਟਾ ਦੱਸ ਦਿਓ ਵੀ ਇਹ 5 ਮੰਜ਼ਲੀ ਵੀ ਹੋ ਸਕਦਾ, 8 ਮੰਜ਼ਲੀ ਵੀ ਹੋ ਸਕਦਾ, 2 ਮੰਜ਼ਲੀ ਵੀ ਹੋ ਸਕਦਾ, ਪਰ ਤੂੰ ਨੀਂਹ ਇੱਦਾਂ ਪੱਕੀ ਕਰ ਕਿ ਅਸੀਂ ਹੋ ਸਕਦਾ 8-9 ਮੰਜ਼ਲੀ ਬਣਾ ਲਈਏ। ਨੀਂਹ ਇੱਕ ਵਾਰੀ ਪੱਕੀ ਹੋ ਗਈ ਨਾ, ਤੁਹਾਡਾ ਮੂਡ ਬਣਿਆ ਤੁਸੀਂ 2 ਮੰਜ਼ਲੀ ਬਣਾ ਲਓਗੇ, ਤੁਹਾਡਾ ਸਮਾਂ ਬਣਿਆ ਤੁਸੀਂ 3 ਮੰਜ਼ਲੀ ਬਣਾ ਲਓਗੇ। ਇੱਦਾਂ ਹੀ ਸਮਾਜ ਵਿੱਚ ਆਪਣੇ ਬੱਚਿਆਂ ਦੀਆਂ ਨੀਹਾਂ ਪੱਕੀਆਂ ਕਰਨ ਦੀ ਲੋੜ ਆ। ਨੀਂਹ ਪੱਕੀ ਕਿੱਦਾਂ ਹੋਣੀ ਆ? ਸਦਾਚਾਰੀ ਜੀਵਨ, ਸਚਿਆਰਾ। ਹੁਣ ਜਪਜੀ ਸਾਹਿਬ ਦੀ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਾਣੀ ਦੀਆਂ ਪ੍ਰਕਰਮਾਂ ਐਸ ਤੁਕ ਦੇ ਬੰਨੇ ਆ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੇ ਟੁੱਟੈ ਪਾਲ, ਬੰਦਾ ਸੱਚਾ ਕਿਵੇਂ ਬਣੇ। ਇਹ ਗੱਲ ਕਹਿਣ ਦੀ ਮਹਾਰਾਜ ਨੂੰ ਲੋੜ ਕਿਉਂ ਪਈ? ਜਦੋਂ ਦੁਨੀਆ 'ਤੇ ਆਲਰੇਡੀ ਪਹਿਲਾਂ ਸਾਰੇ ਲੋਕ ਸੱਚੇ ਸੀ, ਮਹਾਰਾਜ ਨੂੰ ਕਹਿਣ ਦੀ ਲੋੜ ਪੈਣੀ ਸੀ? ਇਹ ਸਵਾਲ ਤਾਂ ਬਣਿਆ ਨਾ, ਕਹਿੰਦੇ ਕਿਵੇਂ ਸਚਿਆਰਾ ਹੋਈ ਹੈ, ਬੰਦਾ ਸਚਿਆਰਾ ਕਿਵੇਂ ਬਣੇ, ਕਿਵੇਂ ਕੂੜੇ ਟੁੱਟੇ ਪਾਲ। ਇਹਦੇ ਵਿੱਚ ਕੂੜ ਦੀ ਪਾਲ ਜਿਹੜੀ ਹੈ, ਝੂਠ ਦੀ ਪਾਲ ਜਿਹੜੀ ਹੈ, ਕਿੱਦਾਂ ਟੁੱਟੇ? ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ, ਬੋਲੋ ਜੀ, ਨਾਨਕ ਲਿਖਿਆ ਦਾ। ਉਹਦੇ ਹੁਕਮ 'ਚ ਤੁਰਨਾ ਸ਼ੁਰੂ ਕਰ ਦੇ। ਜਿਵੇਂ ਮਰੀਜ਼ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੈਂ ਠੀਕ ਹੋਣਾ ਚਾਹੁੰਦਾ, ਮੈਨੂੰ ਠੀਕ ਕਰ ਦਿਓ। ਸਿਆਣਾ ਡਾਕਟਰ ਕਦੇ ਨਹੀਂ ਕਹਿੰਦਾ ਤੈਨੂੰ ਮੈਂ ਠੀਕ ਕਰਾਂਗਾ। ਸਿਆਣਾ ਡਾਕਟਰ ਕਹਿੰਦਾ ਮੈਂ ਤਾਂ ਦਵਾਈ ਦੇ ਸਕਦਾ, ਠੀਕ ਤੂੰ ਆਪਣੇ ਆਪ ਨੂੰ ਆਪ ਕਰਨਾ। ਜੇ ਮੈਂ ਇੱਦਾਂ ਠੀਕ ਕਰਦਾ ਹੋਵਾਂ ਤਾਂ ਫਿਰ ਮੇਰੇ ਘਰ ਦੇ ਕੋਈ ਬਿਮਾਰ ਹੋਣ। ਮੈਂ ਨਹੀਂ ਠੀਕ ਕਿਸੇ ਨੂੰ ਕਰ ਸਕਦਾ, ਮੈਂ ਦਵਾਈ ਦੇ ਸਕਦਾ, ਠੀਕ ਮਰੀਜ਼ ਨੇ ਆਪਣੇ ਆਪ ਨੂੰ ਆਪ ਕਰਨਾ। ਹੁਣ ਕੋਈ ਬੰਦਾ ਜਿਮ ਵਾਲੇ ਨੂੰ ਜਾ ਕੇ ਕਵੇ ਮੈਂ ਮਸਲ ਬਣਾਉਣਾ ਚਾਹੁੰਦਾ, ਮੈਂ ਆਪਣੀ ਬੋਡੀ ਨੂੰ ਸੈੱਟ ਕਰਨਾ ਚਾਹੁੰਦਾ, ਅਤੇ ਜਿਮ ਵਾਲਾ ਕੀ ਕਹੂਗਾ? ਮੈਂ ਸਮਾਨ ਰੱਖਿਆ ਭਾਈ, ਮੇਰੇ ਕੋਲ ਹਰ ਇੱਕ ਤਰ੍ਹਾਂ ਦਾ ਸਿਸਟਮ ਹੈਗਾ, ਪਰ ਆਪਣੀ ਬੋਡੀ ਨੂੰ ਸੈੱਟ ਤੈਨੂੰ ਖੁਦ, ਬੋਲੋ ਸਾਰੇ, ਆਪ ਕਰਨਾ ਪੈਣਾ। ਮੈਂ ਤੈਨੂੰ ਧੱਕੇ ਨਾਲ ਕਿੱਦਾਂ ਤੇਰੀ ਬੋਡੀ ਸੈੱਟ ਕਰ ਦੂੰਗਾ? ਮੰਨ ਲਓ ਹੁਣ ਤੂੰ ਇੱਥੋਂ 2 ਘੰਟੇ ਜਿਮ ਲਾ ਕੇ ਘਰ ਜਾ ਕੇ ਫਿਰ ਉਹ ਕੁਝ ਖਾਈ ਜਾਵੇਂ, ਤੂੰ ਕਿੱਦਾਂ ਸੈੱਟ ਹੋ ਜਾਏਗਾ? ਉੱਥੇ ਤੈਨੂੰ ਆਪ ਆਪਣੇ ਮੂੰਹ 'ਤੇ ਕੰਟਰੋਲ ਕਰਨਾ ਪੈਣਾ। ਸੇਮ ਇੱਦਾਂ ਗੁਰੂ ਹੀ ਆ। ਗੁਰੂ ਸਾਹਿਬ ਨੂੰ ਹੀ ਕਹਿੰਦੇ ਮਹਾਰਾਜ ਮੈਂ ਸੁਖੀ ਹੋਣਾ ਚਾਹੁੰਦਾ, ਮੈਨੂੰ ਸੁਖੀ ਕਰ ਦਿਓ। ਆਪਾਂ ਇਹੋ ਕਹਿੰਦੇ ਨਾ, ਗੁਰੂ ਸਾਹਿਬ ਕਹਿੰਦੇ ਸੁਖੀ ਹੋਣਾ ਚਾਹੁੰਦਾ, ਫਿਰ ਤੂੰ ਸੁਖੀ ਆਪਣੇ ਆਪ ਨੂੰ ਆਪ ਕਰ ਸਕਦਾ। ਕਿੱਦਾਂ? ਜਿਹੜੇ ਕੰਮਾਂ ਤੋਂ ਤੈਨੂੰ ਰੋਕਿਆ ਗਿਆ ਉਹ ਕੰਮ ਛੱਡ ਦੇ, ਜਿਹੜੇ ਕੰਮ ਕਰ ਲਈ ਤੈਨੂੰ ਕਿਹਾ ਗਿਆ ਉਹ ਕੰਮ ਕਰਨੇ ਸ਼ੁਰੂ ਕਰ ਦੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਜੀ ਕਹਿੰਦੇ ਆ ਉਹਦੇ ਅਨੁਸਾਰ ਆਪਣਾ ਸਮਾਜ ਵਿੱਚ ਤੁਰਨਾ ਸ਼ੁਰੂ ਕਰ ਦੇ। ਸਮਾਜ ਵਿੱਚ ਰਿਸ਼ਤਿਆਂ ਦੀ ਕਦਰ ਕਰਨੀ ਸ਼ੁਰੂ ਕਰ ਦਿਓ। ਪਰਿਵਾਰਾਂ ਵਿੱਚੋਂ ਜਿਹੜੀਆਂ ਚੀਜ਼ਾਂ ਅਲੋਪ ਹੋ ਗਈਆਂ, ਵੱਡਿਆਂ ਦਾ ਸਤਿਕਾਰ ਕਰਨਾ, ਪਿਆਰ ਨਾਲ ਬੋਲਣਾ ਚਾਲਣਾ, ਇੱਕ ਦੂਜੇ ਦਾ ਦੁੱਖ ਦਰਦ ਪੁੱਛਣਾ, ਇਹ ਸਮਾਜ ਦੀ ਸਾਡੀ ਅਮੀਰੀ ਸੀ। ਜਿਹੜੀ ਸਾਡੇ ਸਮਾਜ ਦੀ, ਸਾਡਾ ਕਲਚਰ ਜਿਹਨੂੰ ਆਪਾਂ ਕਹਿੰਦੇ ਨਾ, ਇਹ ਬੜੀ ਵੱਡੀ ਅਮੀਰੀ ਸੀ। ਵੇਖੋ ਤੁਸੀਂ ਪੁਰਾਣੇ ਸਮੇਂ 'ਚ ਬਜ਼ੁਰਗ ਵੇਖੇ ਆ ਜਿਹੜੇ
ਖੇਤਾਂ 'ਚ ਜਾ ਕੇ ਆਪਣੀਆਂ ਫਸਲਾਂ ਨਾਲ ਵੀ ਗੱਲਾਂ ਕਰ ਲੈਂਦੇ ਸੀ, ਪਸ਼ੂਆਂ ਵਿੱਚ ਤੁਰੇ ਫਿਰਨਾ, ਪਸ਼ੂਆਂ ਨਾਲ ਵੀ ਗੱਲਾਂ ਕਰ ਲੈਣੀਆਂ। ਅੱਜ ਤਾਂ ਬੰਦਿਆਂ ਨਾਲ ਬੰਦਾ ਗੱਲਾਂ ਕਰਨ ਨੂੰ ਛੇਤੀ ਕੀਤਿਆਂ ਤਿਆਰ ਨਹੀਂ। ਪਸ਼ੂ, ਗਾਵਾਂ, ਮੱਝਾਂ, ਦਰਖਤ, ਫੁੱਲ ਪੌਦੇ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਜਿਨ੍ਹਾਂ ਨੂੰ ਜਾਚ ਆ ਜਾਏ ਉਹ ਤਾਂ ਫੁੱਲਾਂ ਨਾਲ ਵੀ ਗੱਲਾਂ ਕਰਕੇ ਖੇੜੇ ਵਿੱਚ ਆ ਜਾਂਦੇ ਆ, ਉਹਦੇ ਵਿੱਚ ਵੀ ਆਪਣੇ ਵਿੱਚ ਐਨਰਜੀ ਪੈਦਾ ਕਰ ਲੈਂਦੇ ਆ। ਤਾਂ ਗੁਰੂ ਸਾਹਿਬ ਜੀ ਨੇ ਬਹੁਤ ਪਿਆਰੇ ਬਚਨ ਕਹਿ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਲੋੜੀਏ ਕੰਮ ਸੁਹਰ ਪਿਆ ਆਖੀਏ, ਕਾਰਜ ਦੇ ਸਵਾਰ, ਤੇਰੀ ਜ਼ਿੰਦਗੀ ਦੇ ਕਾਰਜ ਸਵਰ ਜਾਣਗੇ। ਸਤਿਗੁਰ ਸੱਚ ਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਸੰਤਾਂ ਸੰਗ, ਜੇ ਮੈਂ ਗੁਰੂ ਦੇ ਨਾਲ ਰਹੂੰਗਾ ਮੇਰੇ ਅੰਦਰ ਖਜ਼ਾਨਾ ਪ੍ਰਗਟ ਹੋਏਗਾ। ਵੇਖੋ ਅਸੀਂ ਨਾ ਇਸ ਪੱਖੋਂ ਬੜੇ ਅਮੀਰ ਹਾਂ। ਮਨੁੱਖ ਕੋਈ ਵੀ ਹੈ ਭਾਵੇਂ ਦੁਨੀਆ 'ਤੇ, ਆੜਾ ਗਰਦਨ ਤੋਂ ਉੱਪਰਲਾ ਹਿੱਸਾ ਹੈ ਨਾ, ਇਹ ਸਾਡੇ ਕੋਲ ਖਜ਼ਾਨਾ ਹੈ ਬੜਾ ਵੱਡਾ। ਇਹਨੂੰ ਬਾਣੀ 'ਚ ਇੰਝ ਆਖਿਆ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਸਤਿਗੁਰੂ ਜੀ ਕਹਿੰਦੇ ਬਾਣੀ 'ਚ ਲਿਖਦੇ ਆ, ਮਨ ਮੇਰਿਆ, ਸਾਰੇ ਬੋਲੋ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਉਹ ਮੇਰਿਆ ਮਨਾ, ਤੇਰੇ ਅੰਦਰ ਹੀ ਬੜਾ ਵੱਡਾ ਖਜ਼ਾਨਾ, ਤੂੰ ਬਾਹਰੋਂ ਖਜ਼ਾਨਾ ਲੱਭਦਾ ਫਿਰਦਾ। ਮਨ ਮੇਰਿਆ, ਸਾਰੇ ਬੋਲੋ ਇੱਕ ਵਾਰ, ਸਾਰੇ ਬੋਲੋ ਭੈਣਾ ਮੇਰੇ ਵੀਰ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ। ਸਾਥ ਜੀ ਖੁੱਲ੍ਹ ਕੇ ਪੜ੍ਹੋ ਜੀ, ਮਨ ਮੇਰਿਆ ਅੰਤਰ ਤੇਰਾ। ਵੇਖੋ ਹੁਣ ਬਾਣੀ ਪੜ੍ਹਨ ਲੱਗਿਆ ਨਾ, ਸਾਡਾ ਮਾੜਾ ਮੂੰਹ ਹਿਲਦਾ, ਅਤੇ ਨੱਚਣ ਟੱਪਣ ਲੱਗਿਆ, ਬੋਲੋ ਸਾਰੇ। ਉਦੋਂ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਵੀ ਕਦੀ ਭੰਗੜਾ ਨਹੀਂ ਪਾਇਆ, ਗਿੱਧਾ ਨਹੀਂ ਪਾਇਆ, ਉਹਨੂੰ ਵੀ ਖਿੱਚ ਕੇ ਵਿੱਚ ਲੈ ਆਉਂਦੇ। ਅੱਛਾ, ਉਦੋਂ ਕੋਈ ਸੰਗਦਾ ਨਹੀਂ। ਤੁਸੀਂ ਵੇਖੋ ਕਿ ਉਦੋਂ ਵੇਖੋ ਹਰ ਇੱਕ ਬੰਦਾ, ਜਿਸ ਬੰਦੇ ਨੇ ਜ਼ਿੰਦਗੀ 'ਚ ਕਦੀ ਨੱਚ ਕੇ ਨਾ ਵੇਖਿਆ, ਉਹਨੂੰ ਵੀ ਕਹਿੰਦੇ ਨੱਚ ਲਾ, ਇਹ ਵਿਆਹ ਕਿਤੇ ਰੋਜ਼ ਆਉਣਾ, ਇੱਦਾਂ ਕਹਿੰਦੇ ਆ। ਅਤੇ ਬਾਣੀ ਪੜ੍ਹਨ ਲੱਗਿਆ ਮਾੜਾ ਮੂੰਹ ਲਾਉਂਦੇ ਆ ਵੀ ਕਿਤੇ ਦੂਜੇ ਨਾਲੋਂ ਮੇਰੀ ਆਵਾਜ਼ ਜ਼ਿਆਦਾ ਤਾਂ ਨਹੀਂ। ਹੋਣਾ ਇਹ ਚਾਹੀਦਾ, ਚੰਗੇ ਕੰਮ ਕਰ ਲੱਗਿਆ ਅਸੀਂ ਸੰਗੀਏ ਨਾ, ਅਤੇ ਮਾੜਾ ਕੰਮ ਕਰ ਲੱਗਿਆ ਸਾਨੂੰ ਸੰਗ ਆਵੇ। ਘਰ 'ਚ ਰਿਸ਼ਤੇਦਾਰ ਆਇਆ ਹੋਵੇ ਨਾ, ਬੰਦੇ ਨੂੰ ਕਹੇ ਜਾ ਭੱਜ ਕੇ ਠੇਕੇ ਤੋਂ ਬੋਤਲ ਸ਼ਰਾਬ ਦੀ ਫੜ ਲਿਆ, ਉਦੋਂ ਨਹੀਂ ਸੰਗ ਆਉਂਦੀ। ਉਦੋਂ ਨਹੀਂ ਬੰਦਾ ਵੇਂਦਾ ਵੀ ਮੈਂ ਸਰਦਾਰ ਹੋ ਕੇ ਸਿਰ 'ਤੇ ਪੱਗ ਬੱਧੀ ਆ, ਮੈਂ ਉੱਥੋਂ ਯਾਰ ਸ਼ਰਾਬ ਦੀ ਬੋਤਲ ਖਰੀਦਾ, ਚੰਗਾ ਲੱਗੂ। ਉਦੋਂ ਨਹੀਂ ਸੰਗ ਆਉਂਦੀ। ਪੈਲਸ ਦੇ ਸਾਹਮਣੇ ਨੱਚਣ ਲੱਗਿਆ ਸੰਗ ਨਹੀਂ ਆਉਂਦੀ, ਅਤੇ ਬਾਣੀ ਪੜ੍ਹਨ ਲੱਗਿਆ, ਪਾਠ ਕਰਨ ਲੱਗਿਆ ਬੰਦਾ, ਬੋਲੋ ਸਾਰੇ ਹੁਣ, ਸੰਗ ਆਉਂਦੀ। ਹੁਣ ਆਏ ਉਲਟ ਚਾਹੀਦਾ ਕਿ ਸਾਨੂੰ ਸੰਗ ਆਵੇ ਕੋਈ ਮਾੜਾ ਕੰਮ ਕਰ ਲੱਗਿਆ, ਚੰਗਾ ਕੰਮ ਕਰ ਲੱਗਿਆ ਸਾਨੂੰ ਕਦੀ ਵੀ ਸੰਗਣਾ ਨਹੀਂ ਚਾਹੀਦਾ। ਇੱਕ ਬੇਨਤੀ ਹੋਰ ਕਰਾਂ, ਸਤਿਗੁਰੂ ਜੀ ਕਹਿੰਦੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਚੰਗਾ ਕੰਮ ਕਰ ਲੱਗਿਆ ਕਦੀ ਦੇਰੀ ਨਾ ਕਰੋ, ਅਤੇ ਮਾੜਾ ਕੰਮ ਕਰ ਲੱਗਿਆ ਦੇਰੀ ਕਰ ਦਿਓ, ਡਿਲੇ ਕਰ ਦਿਓ। ਹੋ ਸਕਦਾ ਤੁਹਾਡੇ ਵਿਚਾਰ ਬਦਲ ਜਾਣ। ਮੰਨ ਲਓ ਹੁਣ ਬੰਦਾ ਕਈ ਵਾਰੀ ਸੋਚਦਾ ਮੈਂ ਫਲਾਣਾ ਮਾੜਾ ਕੰਮ ਕਰਨਾ। ਅੱਛਾ, ਕੰਮ ਕਰਨ ਵਾਲੇ ਨੂੰ ਪਤਾ ਵੀ ਇਹ ਮਾੜਾ ਕਿ ਚੰਗਾ ਵਾ। ਪਾਤਸ਼ਾਹ ਕਹਿੰਦੇ ਨਹਿ ਬਿਲੰਬ ਪਾਪੰ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਧਰਮ ਦਾ ਕੰਮ ਕਰਨ ਲੱਗਿਆ ਦੇਰੀ ਨਾ ਕਰੋ। ਜੇ ਤੁਹਾਡੇ ਦਿਮਾਗ 'ਚ ਕੋਈ ਚੰਗਾ ਖਿਆਲ ਆਇਆ ਤਾਂ ਉਹਨੂੰ ਕਰ ਦਿਓ, ਮਾੜਾ ਆਇਆ ਉਹਦੇ 'ਤੇ ਵਿਚਾਰ ਗੋਸ਼ਟੀ ਕਰੋ, ਬਾਰ ਸੋਚੋ। ਹੋ ਸਕਦਾ ਤੁਹਾਡੇ ਵਿਚਾਰ ਬਦਲ ਜਾਣ, ਹੋ ਸਕਦਾ ਤੁਹਾਡਾ ਮਨ ਬਦਲ ਜਾਵੇ, ਹੋ ਸਕਦਾ ਤੁਹਾਡੇ ਮਨ ਵਿੱਚੋਂ ਹੀ ਇਹੋ ਜਿਹੇ ਵਿਚਾਰ ਆ ਜਾਣ, ਤੁਸੀਂ ਦੂਜੇ ਬੰਨੇ ਤੁਰ ਪਵੋ। ਇੱਕ ਜ਼ਿੰਦਗੀ 'ਚ ਹੋਰ ਨੋਟ ਕਰਿਓ ਮੇਰੇ, ਤੁਸੀਂ ਸਾਰੇ ਵੀਰ ਭੈਣਾਂ ਭਰਾ ਬੈਠੇ ਜੇ, ਜ਼ਿੰਦਗੀ 'ਚ ਕੋਈ ਐਸਾ ਕੰਮ ਨਹੀਂ ਜਿਹੜਾ ਮਨੁੱਖ ਨਹੀਂ ਕਰ ਸਕਦਾ। ਕਦੀ ਆਪਣੇ ਆਪ ਨੂੰ ਨੈਗੇਟਿਵ ਨਹੀਂ ਕਹਿਣਾ ਵੀ ਇਹ ਕੰਮ ਮੇਰੇ ਕੋਲ ਨਹੀਂ ਹੋ ਸਕਦਾ। ਹਰ ਕੰਮ, ਜਦੋਂ ਬਾਣੀ 'ਚ ਇਹ ਸ਼ਬਦ ਵਰਤਿਆ ਨਾ, ਮਸਕੰਗ ਭਗਨੰਤ ਸੈਲੰਗ, ਮੱਛਰ ਵੀ ਪਹਾੜ ਭੰਨ ਸਕਦਾ ਹੈ, ਇੱਕ ਪੱਥਰ ਤੋੜ ਸਕਦਾ। ਉੱਥੇ ਸ਼ਬਦ ਹੈ ਮਸਕੰਗ ਕਹਿੰਦੇ ਮੱਛਰ ਨੂੰ, ਭਗਨੰਤ ਕਹਿੰਦੇ ਭੰਨ ਸਕਦਾ ਹੈ, ਸੈਲੰਗ ਕਹਿੰਦੇ ਪੱਥਰ ਨੂੰ। ਮਸਕੰਗ ਭਗਨੰਤ ਸੈਲੰਗ ਕਰਦਮ ਤੁਰੰਤ ਪਪੀਰ ਕੇ। ਇਹਦਾ ਮੀਨਿੰਗ ਕੀ ਭਲਾ? ਇਹ ਕਿਸੇ ਮੱਛਰ ਵਾਸਤੇ ਸ਼ਬਦ ਹੈ। ਕਈ ਇਨਸਾਨ ਦੀ ਬਿਰਤੀ ਮੱਛਰ ਵਰਗੀ ਹੁੰਦੀ, ਜਿਵੇਂ ਆਪਾਂ ਨੇ ਕਦੇ ਬੰਦਾ ਬੜਾ ਕਮਜ਼ੋਰ ਜਿਹਾ ਹੁੰਦਾ, ਬੰਦਾ ਡਰੂ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਕਈ ਵਾਰੀ ਬੰਦਾ ਕੋਈ ਨਸ਼ਾ ਕਰਦਾ, ਕੋਈ ਮਾੜੇ ਕੰਮ ਕਰਦਾ, ਉਹਨੂੰ ਇਹ ਲੱਗਦਾ ਮੇਰੇ ਕੋਲ ਇਹ ਕੰਮ ਛੁੱਟਣਾ ਨਹੀਂ। ਗੁਰੂ ਦੀ ਵਿਚਾਰ ਹੋਵੇ, ਮਨ ਤੁਹਾਡਾ ਸਟਰੋਂਗ ਹੋਵੇ, ਇੱਕ ਸਧਾਰਨ ਤੋਂ ਸਧਾਰਨ ਬੰਦਾ ਵੀ ਪਹਾੜਾਂ ਨਾਲ, ਚਟਾਨਾਂ ਨਾਲ ਟਕਰਾ ਸਕਦਾ ਹੈ। ਆਹ ਕੱਲ੍ਹ ਦੀਆਂ ਗੱਲਾਂ, ਕਿਸਾਨੀ ਅੰਦੋਲਨ, ਕੇਂਦਰ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੀ ਕਹਿੰਦੀ ਸੀ ਭਲਾ? ਇਹ ਅੰਦੋਲਨ ਜੀਵੀ ਆ, ਇਹੋ ਕਹਿੰਦੀ ਸੀ ਨਾ। ਬੋਲੋ ਭਾਈ, ਜਿਹੜੀ ਕੇਂਦਰ ਸਰਕਾਰ ਆ ਉਹ ਕੀ ਕਹਿੰਦੀ ਸੀ ਭਲਾ?
ਇਹ ਅੰਦੋਲਨ ਜੀਵੀ ਆ, ਇਹ ਕਰ ਸਕਦੇ ਆ। ਜਿਨ੍ਹਾਂ ਨੂੰ ਉਹ ਸਧਾਰਨ ਕਹਿੰਦੇ ਸੀ ਨਾ, ਲਗਾਤਾਰ 1 ਸਾਲ 13 ਦਿਨ ਸੜਕਾਂ 'ਤੇ ਬਹਿ ਕੇ ਕੇਂਦਰ ਸਰਕਾਰ ਦਾ ਮੂੰਹ ਮੋੜਿਆ ਕਿ ਨਹੀਂ ਮੋੜਿਆ। ਭਾਵੇਂ ਉਹ ਦੇਸ਼ ਦਾ ਕਿਸਾਨ ਸੀ, ਵਿਦੇਸ਼ਾਂ 'ਚੋਂ ਬਹੁਤ ਵੱਡੀ ਹੈਲਪ ਮਿਲੀ, ਭਾਵੇਂ ਉਹ ਕੈਨੇਡਾ ਸਾਡੇ ਬੈਠੇ ਵੀਰ, ਭਾਵੇਂ ਅਮਰੀਕਾ ਬੈਠੇ ਸਾਡੇ ਵੀਰ ਆ, ਭਾਵੇਂ ਸਾਡੇ ਪੰਜਾਬ ਦੇ ਜੰਮੇ ਪਲੇ ਸਾਡੇ ਪੁੱਤ, ਸਾਡੀਆਂ ਭੈਣਾਂ, ਸਾਡੀਆਂ ਧੀਆਂ ਇੱਥੋਂ ਦੇ ਉਹਨਾਂ ਜਦੋਂ ਆਪਣੇ ਬਜ਼ੁਰਗ ਸੜਕਾਂ 'ਤੇ ਬੈਠੇ ਵੇਖੇ, ਬਾਹਰ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ। ਤੇ ਸ਼ਾਇਦ ਇਹ ਦੁਨੀਆ ਦਾ ਪਹਿਲਾ ਅੰਦੋਲਨ ਹੋਏਗਾ ਜਿਹਨੂੰ ਪੂਰੀ ਦੁਨੀਆ 'ਚੋਂ ਹੁੰਗਾਰਾ ਮਿਲਿਆ, ਪੂਰੀ ਦੁਨੀਆ 'ਚੋਂ। ਤੇ ਹਰ ਵਰਗ ਤੋਂ, ਹਰ ਇੱਕ ਵਰਗ ਨੇ ਆਪਣੇ ਤਨ ਤੋਂ ਵੀ, ਆਪਣੇ ਮਨ ਤੋਂ ਵੀ, ਹਰ ਪੱਖ ਤੋਂ ਸਹਿਯੋਗ ਦਿੱਤਾ। ਤੇ ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਜਿਹੜੀ ਜ਼ੁਬਾਨ ਨਾਲ ਘਟੀਆ ਤੋਂ ਘਟੀਆ ਸ਼ਬਦ ਕਿਸਾਨਾਂ ਬਾਰੇ ਬੋਲੇ ਗਏ, ਉਹ ਨੈਸ਼ਨਲ ਮੀਡੀਆ ਵੱਲੋਂ ਉਹ ਲਫ਼ਜ਼ ਵਾਪਸ ਲੈ ਕੇ ਤੇ ਇਹ ਕਹਿਣਾ ਕਿ ਅਸੀਂ ਤਿੰਨੇ ਕਾਲੇ ਕਾਨੂੰਨ ਵਾਪਸ ਲੈਂਦੇ ਹਾਂ, ਕਿਸਾਨਾਂ ਤੇ ਮਜ਼ਦੂਰਾਂ ਕੋਲੋਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਪੁਰਾਣਾ ਸਮਾਂ ਵੇਖੋ, ਜਦੋਂ ਇਸ ਦੇਸ਼ ਲਗਾਤਾਰ ਗੁਲਾਮ ਰਹੇ, ਬਾਹਰੋਂ ਆਇਆ ਹਮਲਾਵਰ ਇਹਨਾਂ ਨੂੰ ਮਾਰਦਾ ਵੀ ਰਿਹਾ, ਕੁੱਟਦਾ ਵੀ ਰਿਹਾ, ਇੱਥੋਂ ਦੀਆਂ ਇੱਜ਼ਤ ਆਬਰੂ ਲੁੱਟ ਕੇ ਆਪਣੇ ਦੇਸ਼ ਲੈ ਕੇ ਜਾਂਦਾ ਰਿਹਾ। ਗਜਨੀ ਦੇ ਬਾਜ਼ਾਰ ਟਕੇ ਟਕੇ, ਪਸ਼ੂ ਦੀ ਕੀਮਤ ਵੱਧ ਤੇ ਭਾਰਤ ਦੇ ਬੰਦੇ ਦੀ ਕੀਮਤ ਘੱਟ। ਇਹ ਸਮਾਂ ਰਿਹਾ ਇਸ ਦੇਸ਼ ਵਿੱਚ। ਪਰ ਗੁਰੂ ਕੇ ਪਿਆਰੇ ਸਿੱਖਾਂ ਨੇ ਬਾਹਰੋਂ ਆਏ ਹਮਲਾਵਰਾਂ ਦੇ ਮੂੰਹ ਵੀ ਮੋੜੇ। 13 ਹਮਲੇ ਕੀਤੇ ਅਬਦਾਲੀ ਨੇ, 12 ਹਮਲੇ ਕਾਮਯਾਬ ਹੋਏ। 13ਵੇਂ ਹਮਲੇ ਤੋਂ ਬਾਅਦ ਗੁਰੂ ਕੇ ਪਿਆਰੇ ਸਿੱਖਾਂ ਨੇ ਉਹਦੇ ਪੈਰਾਂ ਥੱਲੇ ਇਹੋ ਜਿਹੀ ਅੱਗ ਬਾਲੀ ਕਿ ਉਹਨੂੰ ਭੱਜਣ ਨੂੰ ਰਾਹ ਨਹੀਂ ਲੱਭਾ। ਮੇਰੇ ਕਹਿਣ ਦਾ ਮਤਲਬ ਇਹ ਹੈ, ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਅੱਤ ਦਾ ਨਸ਼ੇੜੀ ਬੰਦਾ ਜੇ ਕਮਿਟਮੈਂਟ ਕਰ ਲਵੇ ਆਪਣੇ ਮਨ ਨਾਲ, ਉਹਨੂੰ ਕਿਸੇ ਡਾਕਟਰ ਦੀ ਹੈਲਪ ਦੀ ਲੋੜ ਨਹੀਂ। ਆਪਣੇ ਆਪ ਵੀ ਵੱਡੀ ਤੋਂ ਵੱਡੀ ਬਿਮਾਰੀ ਆਪਣੇ ਗਲੋਂ ਨਸ਼ਿਆਂ ਦੀ ਲਾ ਸਕਦਾ ਹੈ, ਬਾਸ਼ਰਤ ਜੇ ਉਹ ਖੁਦ ਲਾਉਣਾ ਚਾਹਵੇ ਤਾਂ। ਹਰ ਇੱਕ ਜ਼ਿੰਦਗੀ, ਮੰਨ ਲਓ ਕਿਸੇ ਬੱਚੇ ਦੀ ਰਾਈਟਿੰਗ ਸਹੀ ਨਹੀਂ ਹੈ, ਕਿਸੇ ਬੱਚੇ ਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਕਿਸੇ ਬੱਚੇ ਨੂੰ ਕੋਈ ਲੈਂਗੁਏਜ ਨਹੀਂ ਆਉਂਦੀ, ਕਦੀ ਇਹ ਨਾ ਕੋਈ ਨੂੰ ਇਹ ਨਹੀਂ ਪਤਾ, ਨਹੀਂ। ਹਰ ਕੰਮ ਬੰਦਾ, ਹਰ ਕੰਮ ਸਿੱਖਣ ਦੀ ਇੱਛਾ ਚਾਹੀਦੀ ਬੰਦੇ ਦੀ, ਸਿੱਖਣ ਦੀ ਇੱਛਾ ਚਾਹੀਦੀ ਹੈ। ਨਾਨਕ ਸਿੰਘ ਨਾਵਲਕਾਰ ਦਾ ਨਾਂ ਸੁਣਿਆ ਹੋਣਾ ਤੁਸੀਂ। ਨਾਨਕ ਸਿੰਘ ਨਾਵਲਕਾਰ ਸਕੂਲ ਨਹੀਂ ਸੀ ਗਿਆ, ਉਹਨੇ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ, ਪਰ ਉਹਦੇ ਨਾਵਲ ਯੂਨੀਵਰਸਿਟੀ 'ਚ ਪੜ੍ਹਾਏ ਜਾਂਦੇ ਰਹੇ। ਜਿਹੜੇ ਗਿਆਨੀ ਕਰਦੇ ਸੀ, ਡਿਪਲੋਮਾ ਕਰਦੇ ਸੀ, ਉਹਦੇ ਲਿਖੇ ਹੋਏ ਨਾਵਲ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਪੜ੍ਹਾਏ ਜਾਂਦੇ ਰਹੇ। ਪਰ ਨਾਨਕ ਸਿੰਘ ਨੇ ਕਦੀ ਸਕੂਲ ਦਾ ਮੂੰਹ, ਬੋਲੋ ਸਾਰੇ, ਨਹੀਂ ਸੀ ਵੇਖਿਆ। ਤੋ ਕਹਿਣ ਦਾ ਭਾਵ ਇਹ ਹੈ, ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ। ਗੁਰੂ ਸਾਹਿਬ ਨੇ ਇਹੋ ਹੀ ਤਾਂ ਸਾਨੂੰ ਗੱਲ ਸਿਖਾਈ ਹੈ, ਬੰਦਿਆ ਤੇਰੇ ਕੋਲ ਬੜੀ ਵੱਡੀ ਕਲਾ। ਆਪਾਂ ਕਈ ਵਾਰੀ ਕਹਿੰਦੇ ਨਾ, ਸੱਪ ਦੇ ਵਿੱਚ ਬੜੀ ਜ਼ਹਿਰ ਹੈ, ਸ਼ੇਰ ਜੰਗਲ ਦਾ ਰਾਜਾ ਹੈ, ਹਾਥੀ ਬੜਾ ਤਾਕਤਵਰ ਹੈ, ਇੱਦਾਂ ਕਹਿੰਦੇ ਆਪਾਂ। ਸਭ ਤੋਂ ਤਾਕਤਵਰ ਪਤਾ ਕੌਣ ਹੈ? ਬੰਦਾ, ਇਨਸਾਨ। ਹੁਣ ਤੁਸੀਂ ਪੁੱਛੋਗੇ ਉਹ ਕਿਵੇਂ? ਜਿੱਡਾ ਮਰਜ਼ੀ ਜ਼ਹਿਰੀਲਾ ਸੱਪ ਹੋਵੇ, ਬੰਦੇ ਨੇ ਪਟਾਰੀ 'ਚ ਪਾਇਆ ਕਿ ਨਹੀਂ ਪਾਇਆ? ਜਿੱਡਾ ਮਰਜ਼ੀ ਹਾਥੀ ਤਾਕਤਵਰ ਜਾਨਵਰ ਹੋਵੇ, ਉਹਦੀ ਪਿੱਠ 'ਤੇ ਕੌਣ ਬੈਠਾ ਭਲਾ? ਇਨਸਾਨ ਹੀ ਬੈਠਾ ਹੈ। ਜੰਗਲ ਦਾ ਰਾਜਾ ਸ਼ੇਰ ਹੈ ਨਾ, ਸਰਕਸ ਵਿੱਚ ਉਹਦੇ ਕੋਲ ਡਾਂਸ ਕੌਣ ਕਰਾ ਰਿਹਾ ਭਲਾ? ਉਹ ਵੀ ਇਨਸਾਨ ਕਰਾ ਰਿਹਾ। ਤਾਕਤਵਰ ਤੋਂ ਤਾਕਤਵਰ ਜਾਨਵਰ, ਤਾਕਤਵਰ ਤੋਂ ਤਾਕਤਵਰ ਜਾਨਵਰ ਕਿਹਨੇ ਗੁਲਾਮ ਬਣਾਇਆ? ਇਨਸਾਨ ਨੇ। ਇਹਦਾ ਮਤਲਬ ਇੱਥੇ ਇਨਸਾਨ ਮਾਤ ਖਾ ਗਿਆ। ਵੱਡੇ ਤੋਂ ਵੱਡੇ ਜਾਨਵਰ ਨੂੰ ਤੂੰ ਆਪਣੇ ਮੁਤਾਬਕ ਚਲਾ ਲਿਆ। ਸਰਕਸ ਵਿੱਚ ਹਾਥੀ ਫੁੱਟਬਾਲ ਖੇਡਦਾ ਤੇਰੇ ਆਖੇ। ਤੂੰ ਸੋਚ ਕੇ ਵੇਖੋ ਕਿੱਡੀ ਪਿਆਰੀ ਗੱਲ ਗੁਰੂ ਸਾਹਿਬ ਨੇ ਸਿਖਾਈ। ਤੂੰ ਇਹੋ ਵਿਚਾਰਾ ਸਾਨੂੰ ਸਮਝਾਇਆ ਵੀ ਸਭ ਤੋਂ ਵੱਡਾ ਤਾਕਤਵਰ ਇਨਸਾਨ ਆ, ਕਿ ਕਿੱਦਾਂ ਇਨਸਾਨ ਗੁਰੂ ਦੀ ਬਾਣੀ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ ਨੂੰ ਜੀਉ ਸਕਦਾ। ਤੂੰ ਇਹ ਉਪਦੇਸ਼ ਦਿੱਤੇ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕਰ, ਚੰਗੇ ਖਿਆਲ ਲੈ ਕੇ ਆ, ਤਾਂ ਕਿ ਤੇਰੀ ਜ਼ਿੰਦਗੀ ਜਿਉਣ ਦਾ ਤਰੀਕਾ ਆ ਸਕੇ। ਤੂੰ ਇਹ ਉਪਦੇਸ਼ ਦਿੱਤਾ ਸਤਿਗੁਰ ਨੇ ਬਾਣੀ ਵਿੱਚ ਸਾਨੂੰ ਵੀ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਤੋ ਗੁਰੂ ਸਾਹਿਬ ਜੀ ਕਹਿੰਦੇ ਇੱਦਾਂ ਆਪਣੀ ਜ਼ਿੰਦਗੀ ਨੂੰ ਸਵਾਰਨਾ, ਪੜ੍ਹਨਾ, ਵਿਚਾਰਨਾ, ਤਾਂ ਕਿ ਤੇਰੀ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਜੀਉ ਸਕੇ। ਸਭ ਤੋਂ ਉੱਤਾ ਇਨਸਾਨ ਦੱਸਿਆ ਕਿ ਇਹ ਇਨਸਾਨ, ਤੇਰੇ ਕੋਲ ਕਲਾ ਹੈ, ਤੇਰੇ ਕੋਲ ਸਮਰੱਥਾ ਹੈ, ਤੂੰ ਆਪਣੇ ਚੰਗੇ ਕੰਮ ਕਰ ਸਕਦਾ ਹੈ, ਤੂੰ ਸੂਝਵਾਨ ਬਣ ਸਕਦਾ ਹੈ, ਤੂੰ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਚੰਗੇ ਵਿਚਾਰ ਲੈ ਕੇ ਆਪਣੀ ਜ਼ਿੰਦਗੀ ਨੂੰ ਜੀਉ ਸਕਦਾ ਹੈ, ਤਾਂ ਕਿ ਤੇਰੀ ਜ਼ਿੰਦਗੀ ਖੂਬਸੂਰਤ ਤਰੀਕੇ ਨਾਲ ਜੀਉ ਸਕੇ। ਜਿਸ ਕਾਰਜ ਲਈ ਆਪਾਂ ਜੁੜੇ ਹਾਂ, ਪਤੀ ਪਤਨੀ ਲਾਵਾਂ ਲੈਂਦੇ ਨੇ, ਗੁੱਸਾ ਨਾ ਮਨਾਇਓ, ਹਕੀਕਤ ਹੈ। ਸੱਚ ਸੁਣਨਾ ਹਾਰੀ ਸਾਰੀ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਸੀਂ ਝੂਠ ਗੱਪ ਕਹਾਣੀਆਂ ਸੁਣੀਆਂ ਨੇ, ਬਾਣੀ ਦੀ ਵਿਚਾਰ ਜਦੋਂ ਸੁਣਦੇ ਹਾਂ ਤਾਂ ਜ਼ਖਮਾਂ 'ਤੇ ਇੱਦਾਂ ਲੱਗਦੀ ਜਿਵੇਂ
ਜ਼ਖਮ ਹੋਵੇ ਨਾ, ਟੂਟੀ ਥੱਲੇ ਹੱਥ ਕਰੋ ਤੇ ਕਰੰਟ ਉੱਥੇ ਪੈਂਦਾ ਜਿੱਥੇ ਜ਼ਖਮ ਹੋਵੇ। ਹੁਣ ਸੱਚਾਈ ਇਹ ਹੈ, ਮੰਨ ਲਓ ਹੁਣ ਤੁਹਾਡੇ ਜ਼ਖਮ ਹੋਵੇ, ਤੁਸੀਂ ਟੂਟੀ ਥੱਲੇ ਹੱਥ ਕਰ ਦਿਓ, ਜੇ ਟੂਟੀ 'ਚ ਕਰੰਟ ਆਉਂਦਾ ਹੋਊਗਾ ਨਾ ਤੇ ਧੁਨ ਨਹੀਂ ਪਤਾ ਕਿੱਥੇ ਆਉਣੀ, ਜਿੱਥੇ ਜ਼ਖਮ ਹੋਏਗਾ। ਸੱਚਾਈ ਇਹ, ਅਸੀਂ ਗੱਪ ਕਹਾਣੀਆਂ ਸੁਣੀਆਂ, ਗੁਰਬਾਣੀ ਦੀ ਵਿਚਾਰ ਤੋਂ ਅਸੀਂ ਕੋਹਾਂ ਦੂਰ ਹਾਂ। ਇਸੇ ਕਰਕੇ ਅੱਜ ਸਮੱਸਿਆ ਆ ਰਹੀ ਆ ਕਿ ਸਾਡੇ ਪਰਿਵਾਰਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਾਂ ਤੋਂ ਦੂਰੀ ਪੈਣ ਕਰਕੇ ਕੋਈ ਕਿਸੇ ਡੇਰਿਆਂ ਦੀ ਖਾਕ ਛਾਂਡ ਰਿਹਾ, ਕੋਈ ਨਸ਼ਿਆਂ ਦੇ ਘੇਰੇ 'ਚ ਪੈ ਗਿਆ, ਕੋਈ ਵੀਰਵਾਰ ਜਾ ਕੇ ਮੱਠੀਆਂ ਤੇ ਦੀਵੇ ਜਗਾ ਰਿਹਾ। ਤੋ ਗੁਰੂ ਦੀ ਬਾਣੀ ਦਾ ਸਾਨੂੰ ਪਤਾ ਨਾ ਹੋਣ ਕਰਕੇ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਬਾਣੀ ਦੀ ਵਿਚਾਰ ਨਾ ਪਤਾ ਹੋਣ ਕਰਕੇ ਨਾ ਸਮੱਸਿਆ ਪਤਾ ਕੀ ਆਈ ਆ, ਜਦੋਂ ਕੋਈ ਪ੍ਰਚਾਰਕ ਰਾਗੀ ਸਾਨੂੰ ਨਸ਼ਿਆਂ ਤੋਂ ਰੋਕਦਾ ਹੈ ਨਾ, ਤੇ ਪਤਾ ਕੀ ਕਹਿੰਦੇ ਨੇ, ਉਹ ਬਾਣੀ ਦੀ ਗੱਲ ਕਰੋ। ਭਲੇ ਉਹ ਬਾਣੀ 'ਚ ਨਸ਼ਿਆਂ ਤੋਂ ਰੋਕਿਆ ਗਿਆ। ਹੁਣ ਜੇ ਤੁਸੀਂ ਪੀ ਪੀ ਕੇ ਮਰਨਾ ਹੈ, 'ਚ ਗ੍ਰੰਥੀ ਦਾ ਕੀ ਕਸੂਰ ਹੈ? ਗੁਰੂ ਸਾਹਿਬ ਨੇ ਜਦੋਂ ਬਾਣੀ ਵਿੱਚ ਇਹ ਗੱਲਾਂ ਲਿਖ ਲਿਖ ਕੇ ਦੱਸੀਆਂ ਕਿ ਨਸ਼ਾ ਨਹੀਂ ਕਰਨਾ, ਲਾਲਚ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ, ਇਹ ਬਾਣੀ 'ਚ ਲਿਖਿਆ ਹੈ। ਇਸੇ ਕਰਕੇ ਅਸੀਂ ਗ੍ਰੰਥੀ ਬਦਲਤੇ, ਪ੍ਰਚਾਰਕ ਬਦਲਤੇ, ਗੁਰਦੁਆਰਿਆਂ 'ਚ ਰੁਮਾਲੇ ਬਦਲਤੇ, ਨਹੀਂ ਬਦਲ ਸਕੇ ਤੇ ਅਸੀਂ ਆਪਣੇ ਆਪ ਨੂੰ ਨਹੀਂ ਬਦਲ ਸਕੇ। ਬਦਲਣਾ ਸੀ ਆਪਣੇ ਆਪ ਨੂੰ, ਆਪਣੀ। ਇਸੇ ਕਰਕੇ ਅੱਜ ਅਸੀਂ ਹਰ ਥਾਂ ਤੋਂ ਧੱਕੇ ਖਾ ਰਹੇ ਹਾਂ। ਕਿਉਂ? ਕਿਉਂਕਿ ਅਸੀਂ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਸਮਝ ਸਕੇ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਜੀ ਨੇ ਹਰ ਪੱਖ ਤੋਂ ਤੁਹਾਨੂੰ ਆਗਾਹ ਕੀਤਾ ਹੈ। ਰਾਜੇ ਚੁਲੀ ਨਿਆਮ ਕੀ, ਰਾਜਾ ਕਿੱਦਾਂ ਦਾ ਹੋਵੇ? ਇਨਸਾਫ ਸੰਦ ਰਾਜਾ ਹੋਵੇ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਹਰ ਪੱਖ ਤੋਂ ਸਾਨੂੰ ਸਤਿਗੁਰ ਨੇ ਗਿਆਨ ਦਿੱਤਾ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਦਾ ਰਾਜ ਭਾਗ ਹੋਵੇ, ਕਿੱਦਾਂ ਦਾ ਤੂੰ ਸਮਾਜ ਵਿੱਚ ਵਧੀਆ ਜ਼ਿੰਦਗੀ ਜਿਉਣੀ ਚਾਹੁੰਦਾ। ਹਰ ਪੱਖ ਤੋਂ ਸਾਨੂੰ ਸੁਚੇਤ ਕੀਤਾ। ਪਰਿਵਾਰ ਵਿੱਚ ਕਿੱਦਾਂ ਦੀਆਂ ਤੇਰੀਆਂ ਜ਼ਿੰਮੇਵਾਰੀਆਂ ਹੋਣ, ਕਿੱਦਾਂ ਦਾ ਤੂੰ ਸਮਾਜ ਵਿੱਚ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂ ਸਕੇ, ਹਰ ਪੱਖ ਤੋਂ ਸਾਨੂੰ ਆਗਾਹ ਕੀਤਾ। ਮੈਂ ਪਹਿਲਾਂ ਗੱਲ ਬੇਨਤੀ ਆਰੰਭ 'ਚ ਕੀਤੀ ਹੈ, ਸਿਰਫ ਲਾਵਾਂ ਲੈਣੀਆਂ ਪਤੀ ਪਤਨੀ ਨਹੀਂ। ਪਤੀ ਪਤਨੀ ਉਦੋਂ ਬਣਦੇ ਆ ਜਦੋਂ ਦੋਨਾਂ ਦੇ ਵਿਚਾਰ ਇੱਕ ਹੋਣ, ਜਦੋਂ ਖਿਆਲਾਤ ਇੱਕ ਹੋਣ, ਜਦੋਂ ਏਕ ਜੋਤ ਦੋਏ ਮੂਰਤੀ ਧਨ ਭਿਰ ਕਹੀਐ ਸੋਏ, ਉਦੋਂ ਅਸਲੀ ਪਤੀ ਪਤਨੀ ਬਣਦੇ ਆ। ਜੇ ਲਾਵਾਂ ਨਾਲ ਹੀ ਇਕੱਲੇ ਪਤੀ ਪਤਨੀ ਬਣਦੇ ਹੁੰਦੇ, ਕਿਸੇ ਦੁਨੀਆ ਦੀ ਅਦਾਲਤ ਤੇ ਕਿਸੇ ਜੱਜ ਵਿੱਚ ਤਾਕਤ ਹੈਗੀ ਸੀ ਕਿ ਜਿਨ੍ਹਾਂ ਦੀਆਂ ਲਾਵਾਂ ਹੋਈਆਂ ਹੁਣ ਉਹਨਾਂ ਦੇ ਤਲਾਕ ਕਰਾ ਦਿੰਦਾ? ਇਹ ਕਦੀ ਵੀ ਨਾ ਹੁੰਦਾ ਜੇ ਸਾਡੇ ਵਿਚਾਰ ਇੱਕ ਹੁੰਦੇ, ਸਾਡੇ ਨਿਰਮਲ ਵਿਚਾਰ ਹੁੰਦੇ। ਅਸੀਂ ਗੁਰੂ ਦੀ ਬਾਣੀ ਨੂੰ ਸਮਝ ਕੇ ਕੁਚੱਜਪੁਣਾ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢ ਕੇ ਤੇ ਸੁਚੱਜਪੁਣਾ ਲਿਆ ਸਕਦੇ, ਤੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ 'ਚ ਗੁਣ ਆਉਂਦੇ। ਇਹ ਸ਼ਬਦ ਹੈ ਕੁਚੱਜੀ, ਸੁਚੱਜੀ, ਗੁਣਵੰਤੀ। ਇਹ ਸ਼ਬਦ ਗੁਰਬਾਣੀ ਨੇ ਸਾਨੂੰ ਦੱਸੇ ਨੇ ਕਿ ਆਪਣੀ ਜ਼ਿੰਦਗੀ 'ਚੋਂ ਕੁਚੱਜ ਬਾਹਰ ਕੱਢ, ਸੁਚੱਜ ਲੈ ਕੇ ਆ, ਉਸ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆ, ਫਿਰ ਜਾ ਕੇ ਤੇਰੀਆਂ ਲਾਵਾਂ ਹੋਣਗੀਆਂ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਇਹ ਚਾਰ ਲਾਵਾਂ ਸਾਡੀ ਜ਼ਿੰਦਗੀ ਦੇ ਚਾਰ ਪੜਾਅ ਨੇ। ਸਟੈਪ ਬਾਈ ਸਟੈਪ ਜਦੋਂ ਅਸੀਂ ਤੁਰਦੇ ਹਾਂ, ਇੱਕ ਲੜਕੀ ਆਪਣੇ ਪੇਕੇ ਘਰ ਜੰਮਦੀ ਹੈ, ਪਲਦੀ ਹੈ, ਵੱਡੀ ਹੁੰਦੀ ਹੈ, ਉਹ ਆਪਣਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ। ਸਹੁਰੇ ਘਰ ਦੇ ਸਾਰੇ ਜੀਆਂ ਦਾ ਸੁਭਾਅ ਵੱਖਰਾ ਵੱਖਰਾ ਹੈ। ਆਪਾਂ ਇੱਕ ਜੀ ਘਰੋਂ ਤੋਰਦੇ ਹਾਂ, ਦੂਜਾ ਜੀ ਆਪਣੇ ਘਰ ਲੈ ਕੇ ਆਉਂਦੇ ਹਾਂ। ਸਤਿਗੁਰੂ ਜੀ ਨੇ ਹਰ ਪੱਖ ਤੋਂ ਕਿਹਾ, ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ। ਇੱਕ ਸ਼ਿੰਗਾਰ ਹੈ ਤਨ ਦਾ, ਇੱਕ ਸ਼ਿੰਗਾਰ ਹੈ ਸਾਡੇ ਮਨ ਦਾ। ਤਨ ਦੇ ਸ਼ਿੰਗਾਰ ਵਾਲੇ ਬੰਨੇ ਅੱਜ ਸਾਡੇ ਸਮਾਜ ਦਾ ਬਹੁਤ ਧਿਆਨ ਹੈ, ਪਰ ਜਿਹੜਾ ਮਨ ਦਾ ਸ਼ਿੰਗਾਰ ਸੀ, ਭੈ ਦੀਆਂ ਸਲਾਈਆਂ, ਨਿਰਮਲ ਭਉ ਜੀਵਨ 'ਚ ਹੁੰਦਾ, ਬੋਲਣ ਦਾ ਸਲੀਕਾ ਹੁੰਦਾ, ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ਹਿ ਧਰੇ ਪਿਆਰੋ। ਕਿਹੜੇ ਜੀ ਨੂੰ ਕਿੱਥੇ ਬੋਲਣਾ ਹੈ, ਕਿੱਦਾਂ ਦੀ ਰਿਸਪੈਕਟ ਦੇਣੀ ਹੈ, ਕਿੱਦਾਂ ਦੀ ਇੱਜ਼ਤ ਦੇਣੀ ਹੈ, ਇਹ ਹਰ ਇੱਕ ਗੱਲ ਦਾ ਪਤਾ। ਪੁਰਾਣੇ ਸਮੇਂ ਜਦੋਂ ਧੀਆਂ ਨੂੰ ਕੋਈ ਵਿਆਹੁੰਦਾ ਸੀ, ਬਜ਼ੁਰਗ ਇੱਕ ਸ਼ਬਦ ਬੋਲਦੇ ਸੀ, ਪੁੱਤ ਜਰਿਆ ਧਰਿਆ ਕੰਮ ਆਉਂਦਾ। ਸਹਿਜ ਬੜੀ ਵੱਡੀ ਚੀਜ਼ ਹੈ ਜਿਹੜੀ ਅੱਜ ਖੰਭ ਲਾ ਕੇ ਸਾਡੇ ਸਮਾਜ ਵਿੱਚੋਂ ਹੌਲੀ ਹੌਲੀ ਉੱਡ ਗਈ ਹੈ। ਸਹਿਜ ਇੱਕ ਏਡੀ ਵੱਡੀ ਚੀਜ਼ ਹੈ, ਤਲਵਾਰ ਅਗਲੇ ਨੂੰ ਵੱਢਦੀ ਹੈ, ਸਹਿਜ ਢਾਲ ਦਾ ਕੰਮ ਕਰਦੀ ਜਿਹੜੀ ਤੁਹਾਨੂੰ ਬਚਾਉਂਦੀ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ। ਅਖੀਰਲੀ ਪੌੜੀ ਜਦੋਂ ਪੜ੍ਹਦੇ ਆ ਨਾ, ਉਹ 'ਚ ਪਾਤਸ਼ਾਹ ਜੀ ਕਹਿੰਦੇ, ਜਤ ਪਹਾਰਾ ਧੀਰਜ ਸੁਨਿਆਰ। ਆਪਣੀ ਜ਼ਿੰਦਗੀ ਵਿੱਚ ਭਾਈ ਧੀਰਜ ਲਿਆਉਣਾ ਤੇ ਸੁਨਿਆਰੇ ਵਰਗਾ ਲੈ ਕੇ ਆ। ਜਿਵੇਂ ਸੁਨਿਆਰੇ ਕੋਲ ਧੀਰਜ ਹੁੰਦਾ ਨਾ, ਜਪਜੀ ਸਾਹਿਬ 'ਚ ਗੁਰੂ ਸਾਹਿਬ ਕਹਿੰਦੇ, ਜਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ। ਦੁਕਾਨ ਤੇ ਜਾ ਕੇ ਗਾਹਕ ਕਲਪ ਜੇ, ਪਰ ਦੁਕਾਨਦਾਰ ਜੇ ਕਲਪ ਗਿਆ ਤੇ ਆਪਣੀ ਦੁਕਾਨ, ਆਪਣਾ ਕਾਰੋਬਾਰ ਉਹਦਾ ਖਤਮ ਹੋ ਜਾਏਗਾ। ਕਿਉਂ? ਕੋਈ ਕਸਟਮਰ ਕਲਪ ਸਕਦਾ ਹੈ, ਦੁਕਾਨਦਾਰ ਨੂੰ ਤੇ ਸਹਿਜ ਰੱਖਣਾ ਪੈਣਾ ਹੈ। ਤੇ ਸੁਨਿਆਰੇ ਕੋਲ ਤਾਂ ਸਹਿਜ ਸਿਰੇ ਦਾ ਹੁੰਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਕਈ ਵਾਰੀ ਨਾ ਉਹ ਤੇ ਕੋਈ ਗਹਿਣਾ ਬਣਾਉਣ ਵਾਸਤੇ ਜਾਂਦਾ ਨਾ, ਗਹਿਣਾ ਬਣਾਉਣ ਵਾਸਤੇ ਜਾਂਦਾ ਤੇ ਉਹ ਬਹੁਤ ਧਿਆਨ ਨਾਲ ਗਹਿਣਾ ਵੀ ਬਣਾਉਂਦਾ, ਤੇ ਕਈ ਵਾਰੀ ਪਹਿਲਾ ਕਸਟਮਰ ਉਹਦੇ ਬਣੇ ਗਹਿਣੇ 'ਚ ਆਣ ਕੇ ਨੂਸ ਕੱਢਦਾ
ਵੀ ਤੂੰ ਇੱਦਾਂ ਨਹੀਂ ਇੱਦਾਂ ਕਰਤਾ। ਉਹ ਬੜੇ ਧਿਆਨ ਨਾਲ ਉਹਦੀਆਂ ਗੱਲਾਂ ਸੁਣੀ ਜਾਂਦਾ, ਅਗਲਾ ਗਹਿਣਾ ਵੀ ਨਾਲ ਨਾਲ ਬਣਾਈ ਜਾਂਦਾ। ਉਹਨੂੰ ਪਤਾ ਜੇ ਮੈਨੂੰ ਗੁੱਸਾ ਆ ਗਿਆ ਮੈਂ ਦੋ ਨੁਕਸਾਨ ਕਰਾਂਗਾ, ਇੱਕ ਪਹਿਲਾ ਗਹਿਣਾ ਬਣਿਆ, ਇੱਕ ਜਿਹੜਾ ਮੈਂ ਬਣਾ ਰਿਹਾ ਇਹਦਾ ਵੀ ਨੁਕਸਾਨ ਹੋਏਗਾ। ਉਹ ਸਹਿਜ ਰੱਖਦਾ ਆਪਣੀ ਜ਼ਿੰਦਗੀ ਵਿੱਚ। ਗੁਰੂ ਸਾਹਿਬ ਜੀ ਨੇ ਸਹਿਜ, ਸਦਾਚਾਰੀ ਇਹ ਗੁਣ ਸਾਨੂੰ ਬਖਸ਼ਿਸ਼ ਕੀਤੇ ਆ ਕਿ ਅਸੀਂ ਆਪਣੀ ਜ਼ਿੰਦਗੀ 'ਚ ਗੁਣ, ਖੂਬੀਆਂ, ਕੁਆਲਿਟੀ ਕਿੱਦਾਂ ਲੈ ਕੇ ਆਉਣੀ ਆ ਅਤੇ ਕਿੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣਾ। ਇਹ ਹਰ ਪੱਖ ਤੋਂ ਸਾਨੂੰ ਅਗਾਹ ਕਰਕੇ ਗੁਰੂ ਸਾਹਿਬ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਹੈ। ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ। ਆਪਣੇ ਗੁਰੂ ਸੰਤ ਦੇ ਨਾਲ ਰਹਿ ਕੇ ਅੰਮ੍ਰਿਤ ਨੂੰ ਚੱਖ, ਪਵ ਚੰਗੀਆਂ ਵਿਚਾਰਾਂ ਸੁਣ, ਚੰਗੇ ਖਿਆਲ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਏ। ਭੈ ਦਾ ਅਰਥ ਹੈ ਡਰ, ਭੰਜਨ ਕਹਿੰਦੇ ਨੇ ਡਰ ਨੂੰ ਦੂਰ ਕਰਨ ਵਾਲਾ। ਅਸੀਂ ਆਪਣੇ ਸਤਿਗੁਰ ਦੀ ਬਾਣੀ ਕਿਉਂ ਪੜ੍ਹਦੇ ਹਾਂ? ਇਸ ਕਰਕੇ ਕਿ ਮੈਂ ਡਰ ਤੋਂ ਰਹਿਤ ਹੋ ਸਕਾਂ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਮੈਂ ਇਸੇ ਕਰਕੇ ਆਪਣੇ ਸਤਿਗੁਰੂ ਨੂੰ ਯਾਦ ਕਰਦਾ ਕਿ ਮਹਾਰਾਜ ਮੈਂ ਡਰ ਤੋਂ ਰਹਿਤ ਹੋ ਸਕਾਂ। ਅੱਜ ਸਮਾਜ ਡਰ ਦੇ ਅਧੀਨ ਆਪਣੀ ਜ਼ਿੰਦਗੀ ਜੂ ਰਿਹਾ। ਇਸੇ ਕਰਕੇ ਧਾਗੇ, ਤਵੀਤ, ਜੰਤਰ ਮੰਤਰ, ਤਰ੍ਹਾਂ ਤਰ੍ਹਾਂ ਦੇ ਵਹਿਮ ਸਮਾਜ 'ਚ ਕਿਉਂ ਨੇ? ਕਿਉਂਕਿ ਅੰਦਰ ਇੱਕ ਡਰ ਬੈਠਾ ਹੋਇਆ। ਅਸੀਂ ਆਪਣੀ ਜ਼ਿੰਦਗੀ 'ਚੋਂ ਡਰ ਬਾਹਰ ਕੱਢਣਾ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਕਹਿਣ ਲੱਗੇ ਜਿਹਨੇ ਆਪਣੇ ਮਾਲਕ ਨੂੰ ਧਿਆਇਆ ਹੈ, ਜਿਹਨੇ ਆਪਣੇ ਮਾਲਕ ਨਾਲ ਸਾਂਝ ਪਾਈ ਹੈ, ਉਹਨੇ ਆਪਣੀ ਜ਼ਿੰਦਗੀ ਵਿੱਚੋਂ ਸਾਰੇ ਡਰ ਦੂਰ ਕਰ ਲਏ। ਕਹਿਣ ਲੱਗੇ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਏ। ਹੇ ਮਿਹਰਵਾਨ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਡਰਾਂ ਤੋਂ ਦੂਰ ਕਰਨ ਵਾਲੇ ਮਾਲਕ ਜੀ, ਦਾਸ ਕੀ ਰਾਖੀ ਹੈ। ਕਹਿਣ ਲੱਗੇ ਨਾਨਕ ਹਰ ਗੁਣ ਗਾਏ। ਹੇ ਨਾਨਕ ਉਸ ਮਾਲਕ ਦੇ ਹਰੀ ਦੇ ਗੁਣ ਗਾਉਣੇ। ਅਲੱਖ ਪ੍ਰਭ ਲਾਖੀਏ, ਜਿਹੜਾ ਅਲੱਖ ਪ੍ਰਭੂ ਆ, ਜਿਹੜਾ ਸਾਡੀ ਸਮਝ ਤੋਂ ਪਰੇ ਸੀ, ਅਲੱਖ ਸੀ, ਜਿਹਦੇ ਤੱਕ ਸਾਡੀ ਇੰਦਰੀਆਂ ਦੀ ਪਹੁੰਚ ਨਹੀਂ ਸੀ। ਕਹਿਣ ਲੱਗੇ ਉਹਨੂੰ ਵੀ ਸਮਝ ਲਿਆ, ਜਾਣ ਲਿਆ, ਉਹਦੇ ਨਾਲ ਸਾਂਝ ਪੈ ਗਈ, ਨੇੜਤਾ ਬਣ ਗਈ। ਕਦੋਂ? ਜਦੋਂ ਮੈਂ ਆਪਣੇ ਮਾਲਕ ਦੇ ਗੁਣ ਗਾਏ। ਸਾਰੀ ਖੇਡ ਬੰਦੇ ਦੇ ਮਨ ਦੀ ਹੈ ਸਾਧ ਸੰਗਤ ਜੀ। ਮਨ ਖੁਸ਼ ਹੋਵੇ ਤੁਹਾਡਾ ਤਨ ਵੀ ਖੁਸ਼ ਹੁੰਦਾ ਹੈ, ਮਨ ਅਪਸੈਟ ਹੋਵੇ ਨਾਲ ਤਨ ਵੀ ਅਪਸੈਟ ਹੁੰਦਾ ਹੈ। ਤਾਂ ਗੁਰਦੇਵ ਨੇ ਬੜੇ ਪਿਆਰੇ ਬਚਨ ਕਹੇ ਨੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਘਰ ਦਾ ਅਰਥ ਪਤਾ ਕੀ ਆ? ਸਭ ਤੋਂ ਪਹਿਲਾਂ ਘਰ ਦਾ ਅਰਥ ਹੈ ਸਾਡਾ ਮਨ। ਜਿਹਦਾ ਮਨ ਖੁਸ਼ ਹੈ ਉਹਦਾ ਤਨ ਖੁਸ਼। ਹੁਣ ਜਿਹਦਾ ਮਨ ਖੁਸ਼, ਉਹਦਾ ਤਨ ਖੁਸ਼, ਉਹਦੇ ਇੱਟਾਂ ਵਾਲੇ ਘਰ 'ਚ ਵੀ ਖੁਸ਼ੀ ਹੋਏਗੀ। ਹੁਣ ਜਿਹਦਾ ਮਨ ਕਲਪਿਆ ਹੋਏਗਾ ਨਾ, ਉਹ ਘਰ ਵੀ ਕਲਪਿਆ ਹੁੰਦਾ ਅਤੇ ਗੁਰਦੁਆਰੇ ਆਣ ਕੇ ਵੀ ਰੌਲਾ ਪਾਈ ਜਾਏ, ਗੁਰਦੁਆਰੇ ਆਣ ਕੇ ਵੀ ਕਲਪਨਾ ਜਾਰੀ ਰਹਿੰਦੀ ਹੈ। ਤਾਂ ਵਾਸਤਵ ਵਿੱਚ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਸੋਚ ਕੇ ਵੇਖੋ, ਜਿਵੇਂ ਸੱਪ ਡੰਗ ਮਾਰਦਾ ਹੈ ਨਾ, ਹੁਣ ਸੱਪ ਡੰਗ ਮਾਰਦਾ ਅਤੇ ਸੱਪ ਸਭ ਤੋਂ ਵੱਧ ਚੰਦਨ ਨਾਲ ਲਪੇਟੇ ਮਾਰਦਾ। ਕਿਉਂ ਭਲਾ? ਕਿਉਂਕਿ ਸੱਪ ਦੇ ਅੰਦਰ ਜ਼ਹਿਰ ਹੈ, ਜ਼ਹਿਰ ਹੈ। ਅਤੇ ਉਹ ਜਦੋਂ ਡੰਗ ਮਾਰਦਾ ਬੰਦਾ ਤੜਫਦਾ ਹੈ। ਸੋਚ ਕੇ ਵੇਖੋ, ਸੱਪ ਜਿਹਨੂੰ ਡੰਗ ਮਾਰਦਾ ਬੰਦਾ ਇੰਨਾ ਤੜਫਦਾ ਜ਼ਹਿਰ ਨਾਲ। ਜਿਹੜੇ ਸੱਪ ਦੇ ਅੰਦਰ 24 ਘੰਟੇ ਜ਼ਹਿਰ ਹੁੰਦੀ ਹੈ, ਉਹ ਆ ਵਿਚਾਰਾ ਕਿੱਦਾਂ ਆਵਾਜ਼ਾਰ ਹੁੰਦਾ ਹੋਏਗਾ। ਤੁਹਾਨੂੰ ਕੋਈ ਮਾੜਾ ਜਿਹਾ ਕੋਈ ਕੌੜਾ ਕਸ਼ਾੜਾ ਸ਼ਬਦ ਬੋਲ ਦੇਵੇ, ਆਪਾਂ ਕਈ ਵਾਰੀ ਕਹਿੰਦੇ ਮੈਨੂੰ ਫਲਾਣੇ ਨੇ ਆਹ ਗੱਲ ਕਹਿਤੀ। ਮੈਂ ਕਹਿੰਦਾ ਇਹੋ ਜਿਹੇ ਬੰਦਿਆਂ 'ਤੇ ਤਰਸ ਕਰਨਾ ਚਾਹੀਦਾ। ਸੋਚ ਕੇ ਵੇਖੋ ਵੀ ਇੱਕ ਮਾੜਾ ਸ਼ਬਦ ਬੋਲਿਆ ਅਤੇ ਜਿਹੜਾ 24 ਘੰਟੇ ਬੰਦਾ ਉਹ ਸਮਾਨ ਆਪਣੇ ਅੰਦਰ ਸਾਂਭ ਕੇ ਬੈਠਾ, ਵਿਚਾਰਾ ਸੌਂਦਾ ਕਿੱਦਾਂ ਹੋਏਗਾ ਰਾਤ ਨੂੰ, ਕਿੱਦਾਂ ਆਪਣਾ ਜੀਵਨ ਗੁਜ਼ਾਰਦਾ ਹੋਏਗਾ। ਤਾਂ ਗੁਰੂ ਸਾਹਿਬ ਨੇ ਸਾਰੀ ਵਿਚਾਰਾਂ ਦੀ ਗੱਲ ਕਹੀ ਵੀ ਹਮ ਮੈਲੇ ਤੂੰ ਮੂਜੜ ਕਰਤੇ। ਹੇ ਮੇਰੇ ਮਾਲਕ ਜੀ, ਅਸੀਂ ਮੈਲ ਨਾ ਭਰੇ ਪਏ। ਪਿਆਰਿਓ, ਮੈਲਾ ਤੇ ਕੱਪੜਾ ਹੋਵੇ ਨਾ, ਉਹ ਵੀ ਬੰਦੇ ਦਾ ਗਲ ਪਾਉਣ ਨੂੰ ਜੀ ਨਹੀਂ ਕਰਦਾ। ਮੈਲੀ ਥਾਲੀ 'ਚ ਕਿਸੇ ਨੂੰ ਰੋਟੀ ਦਿਓ ਹਾਂ ਖਾਣ ਲਈ, ਬੰਦੇ ਨੂੰ ਜਿੰਨੀ ਮਰਜ਼ੀ ਭੁੱਖ ਲੱਗੀ ਹੋਵੇ ਨਾ, ਪਿਆਸ ਜਿੰਨੀ ਮਰਜ਼ੀ ਲੱਗੀ ਹੋਵੇ, ਗਲਾਸ ਨਾਲ ਮਾੜੀ ਜੀ ਮਿੱਟੀ ਲੱਗੀ ਹੋਵੇ ਨਾ, ਬੰਦਾ ਕਹਿੰਦਾ ਜੀ ਬੁੱਕ ਨਾ ਪੀ ਲੂੰਗਾ ਮੈਂ, ਵੀ ਮੈਲੇ ਭਾਂਡੇ 'ਚ ਮੈਂ ਪਾਣੀ ਨਹੀਂ ਪੀਣਾ। ਇਹਦਾ ਮਤਲਬ ਬੰਦਾ ਮੈਲ ਤੋਂ ਨਫ਼ਰਤ ਕਰਦਾ ਨਾ। ਪਾਤਸ਼ਾਹ ਕਹਿੰਦੇ ਉਹ ਬੰਦੇ ਆ, ਬਾਹਰ ਦੀ ਮੈਲ ਤਾਂ 2 ਮਿੰਟਾਂ 'ਚ ਧੁੱਪ ਜੂ, ਜਿਹੜੀ ਅੰਦਰ ਮੈਲ ਚੱਕੀ ਫਿਰਦਾ ਇਹ ਕਿੱਦਾਂ ਧੁਵੇਂਗਾ। ਹਮ ਮੈਲੇ ਤੁਮ, ਸਾਰੇ ਬੋਲੋ ਹਮ ਮੈਲੇ ਤੁਮ ਉਜਲ ਕਰਤੇ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਮੈਲ ਨਾਲ ਭਰੇ ਪਏ ਹਾਂ ਅਤੇ ਤੁਸੀਂ ਸਾਨੂੰ ਉਜੜਾ ਕਰਨ ਵਾਲੇ ਹੋ। ਹਮ ਨਿਰਗੁਣ ਤੂੰ ਦਾਤਾ। ਅਸੀਂ ਨਿਰਗੁਣ ਆ ਰਹੇ ਹਾਂ, ਤੁਸੀਂ ਕਾਹਦੇ ਦਾਤੇ ਹੋ? ਗੁਣਾਂ ਦੇ ਦਾਤੇ ਹੋ। ਤਾਂ ਕੋਸ਼ਿਸ਼ ਕਰਿਆ ਕਰੋ ਸਾਧ ਸੰਗਤ ਜੀ, ਆਪਣੇ ਗੁਰੂ ਕੋਲ ਇਹੋ ਮੰਗ ਮੰਗੋ, ਮਹਾਰਾਜ ਮੈਨੂੰ ਗੁਣਾਂ ਦੀ ਦਾਤ ਦਿਓ। ਸਭ ਕੁਝ ਆਜੂ ਖਰੀਦਿਆਂ, ਕਮਾਈ ਕੀਤੀਆਂ ਗੱਡੀਆਂ ਵੀ ਆ ਜਾਣਗੀਆਂ, ਅਮੀਰੀ ਆ ਗਈ ਆ ਨਾ, ਬਲਦਾਂ ਤੋਂ ਟਰੈਕਟਰਾਂ ਤੋਂ ਵੱਡੀਆਂ ਕੋਠੀਆਂ। ਪਰ ਅੱਜ ਕਲਪਨਾ ਨਹੀਂ ਗਈ ਘਰਾਂ 'ਚੋਂ, ਖਿਝਪੁਣਾ ਨਹੀਂ ਗਿਆ। ਪੁਰਾਣੇ ਸਮੇਂ 'ਚ ਕੱਚਿਆਂ ਘਰਾਂ 'ਚ ਰਹਿ ਕੇ ਵੀ ਪਿਆਰ ਮੁਹੱਬਤ ਸਨੇਹ ਸੀ, ਅੱਜ ਕਿਉਂ ਗਵਾਚ ਗਿਆ? ਕਿਉਂਕਿ ਖੁਰਾਕ ਬਦਲ ਗਈ, ਸਾਡੀ ਵਿਚਾਰ ਬਦਲ ਗਈ। ਬਾਣੀ ਦੀ ਖੁਰਾਕ ਨਹੀਂ ਹੈ। ਬਾਣੀ ਨੂੰ ਪੜ੍ਹਨਾ, ਸਮਝਣਾ, ਵਿਚਾਰਨਾ। ਆਓ ਆਪਣੇ ਘਰਾਂ ਵਿੱਚ ਸ਼ੁਰੂਆਤ ਕਰੋ, ਬਾਣੀ ਦਾ ਸਹਿਜ ਪਾਠ ਕਰੋ, ਭਾਵੇਂ 1 ਅੰਕ ਰੋਜ਼ ਪੜ੍ਹੋ। ਮੇਰੀ ਸਾਰੀ ਭੈਣਾਂ ਨੂੰ, ਵੀਰਾਂ ਨੂੰ ਬੇਨਤੀ ਆ, ਆਪਣੇ ਘਰਾਂ 'ਚ ਸੈਂਚੀਆਂ ਰੱਖੋ, ਪੋਥੀਆਂ ਰੱਖੋ। ਅੱਜ ਕਿਸੇ ਪਰਿਵਾਰ ਨੂੰ ਕਹੋ ਨਾ
कि अपने घर बाणी ਦੀਆਂ ਪੋਥੀਆਂ ਰੱਖ ਲਓ, ਸਹਿਜ ਪਾਠ ਨਹੀਂ ਕਰਦੇ। ਅੱਗੇ ਜਵਾਬ ਪਤਾ ਕੀ ਆਉਂਦਾ, ਨਹੀਂ ਸਾਡਾ ਘਰ ਸੁੱਚਾ ਨਹੀਂ ਨਾ ਹੈਗਾ, ਇਸ ਕਰਕੇ ਅਸੀਂ ਘਰ ਬਾਣੀ ਦੀਆਂ ਪੋਥੀਆਂ ਨਹੀਂ ਰੱਖਦੇ। ਸੁੱਚਾ ਨਹੀਂ ਹੈਗਾ, ਝੂਠਾ ਕੀਤਾ ਕਹਿੰਦੇ ਆ। ਇਹਦਾ ਮਤਲਬ ਇਹ ਆ ਅਸੀਂ ਆਪਣੇ ਨਸ਼ੇ ਛੱਡਣ ਨੂੰ ਤਿਆਰ ਨਹੀਂ। ਪਤਾ ਵੀ ਆ ਕਿ ਜੇ ਘਰ 'ਚ ਨਸ਼ਾ ਹੋਊਗਾ ਤਾਂ ਮੈਂ ਘਰ 'ਚ ਬਾਣੀ ਦੀਆਂ ਸੈਂਚੀਆਂ ਰੱਖ ਨਹੀਂ ਸਕਦਾ। ਤਾਂ ਸੋਚ ਕੇ ਵੇਖੋ, ਜੇ ਸਿੱਖ ਦੇ ਘਰ ਹੀ ਗੁਰੂ ਵਾਸਤੇ ਥਾਂ ਹੈ ਨਹੀਂ, ਤੇ ਮੈਂ ਗੁਰੂ ਦੇ ਕੋਲ ਆਪਣੀ ਥਾਂ ਕਿੱਥੇ ਲੱਭਦਾ ਫਿਰਦਾ ਭਾਈ। ਕੋਸ਼ਿਸ਼ ਕਰੋ ਆਪਣੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਰੱਖੋ, ਸਹਿਜ ਪਾਠ ਕਰੋ, ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਅੱਧਾ ਰੋਜ਼ ਪੜ੍ਹੋ, ਪਰ ਆਪਣੇ ਘਰ ਦੇ ਦਿਨ ਦੀ ਸ਼ੁਰੂਆਤ ਮੈਂ ਪਹਿਲਾਂ ਆਰੰਭ 'ਚ ਕਹੀ ਆ, ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸਾਡਾ ਸਭ ਤੋਂ ਪਹਿਲਾ ਵਾਹ ਭਗਤ ਕਬੀਰ ਜੀ ਕਹਿੰਦੇ ਸਾਡੇ ਮਨ ਨਾਲ ਪੈਂਦਾ। ਮੰਮਾ ਮਨ ਸਿਉ ਕਾਜ ਹੈ। ਜੇ ਤੁਹਾਡਾ ਮਨ ਤਗੜਾ ਹੋਵੇ ਨਾ, 101 ਬੁਖਾਰ ਵੀ ਹੋਵੇ ਨਾ, ਕਹਿੰਦਾ ਉੱਠ ਵੀ ਜਵਾਨਾ, ਉੱਠ ਮੰਜੇ ਤੋਂ ਉੱਠ, ਆਪਣਾ ਕੰਮ ਕਰ। ਜੇ ਮਨ ਢਿੱਲਾ ਹੋਵੇ ਤਾਂ ਫਿਰ ਬੰਦਾ 7-8 ਵਜੇ ਤੱਕ ਵੀ ਮੰਜਾ ਬੈੱਡ ਆਪਣਾ ਛੱਡਣ ਨੂੰ ਤਿਆਰ ਨਹੀਂ। ਸਾਰੀ ਖੇਡ ਬੰਦੇ ਦੇ ਮਨ ਦੀ ਆ। ਵੇਖੋ ਸਾਧ ਸੰਗਤ ਜੀ, ਬੰਦੇ ਨੇ ਫਲਾਈਟ ਲੈਣੀ ਹੋਵੇ ਨਾ 3 ਵਜੇ, ਬੁਖਾਰ ਭਾਵੇਂ 102 ਹੋਵੇ, ਉਦੋਂ ਬੁਖਾਰ ਨਹੀਂ ਪੈਂਦਾ, ਪਤਾ ਵੀ ਲੱਖ ਰੁਪਈਆ 70-80 ਹਜ਼ਾਰ ਦਾ ਨੁਕਸਾਨ ਹੋ ਜਾਣਾ। ਜਦੋਂ ਬੰਦੇ ਕੋਲ ਆਪਸ਼ਨ ਹੈਗੀ ਆ ਨਾ ਵੀ ਕੋਈ ਗੱਲ ਨਹੀਂ ਸਰ ਜਾਣਾ ਮੇਰਾ, ਬੱਚੇ ਨੂੰ ਸਕੂਲ ਭੇਜਣਾ ਨਾ ਮਾਂ ਨੇ, ਪਤਾ ਹੈ ਮੇਰੇ ਤੋਂ ਬਿਨਾਂ ਮੇਰੇ ਬੱਚੇ ਨੂੰ ਦੂਜਾ ਕੋਈ ਤਿਆਰ ਕਰਨ ਵਾਲਾ ਨਹੀਂ। ਭੈਣ ਨੂੰ ਜੇ 102 ਇੱਕ ਬੁਖਾਰ ਵੀ ਆ ਨਾ, ਉਹਨੇ ਆਪੇ ਟਿਫਨ ਤਿਆਰ ਕਰਨਾ, ਆਪੇ ਵਰਦੀ ਪ੍ਰੈਸ ਕਰਨੀ ਆ। ਪਰ ਜੇ ਭੈਣ ਕੋਲ ਆਪਸ਼ਨ ਹੈਗੀ ਆ ਫਿਰ ਤਾਂ ਬੁਖਾਰ ਚੜ੍ਹਿਆ ਹੀ ਚੜ੍ਹਿਆ। ਸਾਰੀ ਖੇਡ ਬੰਦੇ ਦੇ ਮਨ ਦੀ ਆ। ਮਨ ਤਗੜਾ, ਪਤਾ ਮੰਡੀ ਦੇ ਵਿੱਚ ਝੋਨਾ ਤੁੱਲ ਰਿਹਾ, ਕਣਕ ਤੁੱਲ ਰਹੀ ਆ, ਪਤਾ ਮੇਰੇ ਤੋਂ ਬਿਨਾਂ ਮੰਡੀ 'ਚ ਕਿਸੇ ਹੋਰ ਨੇ ਨਹੀਂ ਜਾਣਾ। 101 ਬੁਖਾਰ ਵੀ ਹੋਊਗਾ ਨਾ, 2 ਵੀ ਹੋਊਗਾ ਨਾ, ਬੰਦਾ ਗੋਲੀ ਖਾ ਕੇ ਚਾਹ ਦਾ ਗਲਾਸ ਪੀ ਕੇ ਮੰਡੀ 'ਚ ਪਹੁੰਚ ਜਾਂਦਾ। ਪਤਾ ਕਿ ਉੱਥੇ ਮੇਰਾ ਕਣਕ ਤੁੱਲ ਰਹੀ ਆ, ਝੋਨਾ ਤੁੱਲ ਰਿਹਾ, ਮੇਰਾ ਮੰਡੀ ਜਾਣਾ ਬਹੁਤ ਜ਼ਰੂਰੀ ਆ। ਜਿੱਥੇ ਪਤਾ ਮੇਰਾ ਸਰਦਾ ਗੁਰਦੁਆਰੇ ਜਾਣਾ, ਪਾਠ ਕਰਨਾ, ਉੱਥੇ ਬੰਦਾ ਕਈ ਵਾਰੀ ਬਹਾਨੇ 100 ਲੱਭ ਲੈਂਦਾ, ਕੋਈ ਗੱਲ ਨਹੀਂ ਜੀ ਮੇਰੇ ਕੋਲ ਉੱਥੇ ਬੈਠਾ ਨਹੀਂ ਜਾਣਾ। ਤੋ ਆਓ ਆਪਣੇ ਮਨ ਨੂੰ ਤਗੜਾ ਕਰੀਏ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਕਹਿੰਦੇ ਬੁਰੇ ਕੰਮਾਂ ਲਈ ਪਤਾ ਨਹੀਂ ਤੇਰੇ ਕੋਲ ਕਿੱਥੋਂ ਤਾਕਤ ਆ ਜਾਂਦੀ ਆ, ਅਤੇ ਚੰਗੇ ਕੰਮਾਂ ਲਈ ਤੂੰ ਭਲਿਆ ਆਲਸ ਦੀਆਂ ਪੰਡਾਂ ਆਪਣੇ 'ਤੇ ਲੈ ਆਉਣਾ। ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਲਾਹੇ ਦੇ ਕੰਮਾਂ ਲਈ ਤੂੰ ਢਿੱਲਾ ਵਾਂ। ਟੋਟੇ ਕੋ ਬੇਗ ਧਾਇਆ, ਸਸਤ ਵਖਰ ਤੂੰ ਕਿੰਨੇ ਨਾਹੀਂ, ਪਾਪੀ ਵਾਧਾ ਰੇ ਨਾਇਆ। ਆਓ ਗੁਰੂ ਬਖਸ਼ਿਸ਼ ਕਰੇ। ਸਾਰਿਆਂ ਦਾ ਧੰਨਵਾਦ। ਗੁਰੂ ਦੀ ਵਿਚਾਰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ, ਗੁਰੂ ਦਾ ਉਪਦੇਸ਼ ਸਮਝੀਏ ਅਤੇ ਵਿਚਾਰੀਏ। ਭਾਈ ਗੁਰਨਾਮ ਸਿੰਘ ਹੁਣੀ ਜਿਨ੍ਹਾਂ ਨੇ ਆਪਣੇ ਬੇਟਾ ਅਮਰਜੀਤ ਸਿੰਘ ਤਿੰਨਾਂ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਸੰਬੰਧ ਵਿੱਚ ਅੱਜ ਦਾ ਇਹ ਗੁਰਮਤਿ ਸਮਾਗਮ ਸੰਗਤ ਦੇ ਸਹਿਯੋਗ ਨਾਲ ਉਲੀਕਿਆ ਹੈ। ਆਪ ਦੂਰਾਂ ਨੇੜਿਆਂ ਤੋਂ ਚੱਲ ਕੇ ਇਸ ਗੁਰਮਤਿ ਸਮਾਗਮ ਵਿੱਚ ਰਿਸ਼ਤੇਦਾਰ, ਸਾਕ ਸੰਬੰਧੀ, ਨਗਰ ਨਿਵਾਸੀ ਪਹੁੰਚੇ ਹੋ। ਮੇਰੇ ਤੋਂ ਪਹਿਲਾਂ ਆਪ ਜੀ ਨੇ ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ ਹੈ। ਆਓ ਰਲ ਮਿਲ ਕੇ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੈ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ। ਗੁਰੂ ਬਖਸ਼ਿਸ਼ ਕਰੇ। ਜਿਸ ਵੀਰ ਦਾ ਆਨੰਦ ਕਾਰਜ ਹੋਣ ਜਾਣਾ ਹੈ, ਦੋਨੋਂ ਪਰਿਵਾਰ ਵੇਖੋ, ਪਤੀ ਪਤਨੀ ਇੱਕ ਸਾਧਨ ਬਣਦੇ ਆ ਦੋਨਾਂ ਪਰਿਵਾਰਾਂ ਨੂੰ ਜੋੜਨ ਦੇ। ਲੜਕੀ ਅਤੇ ਲੜਕੀ ਇੱਕ ਸਾਧਨ ਬਣਦੇ ਆ ਦੋਨਾਂ ਪਰਿਵਾਰਾਂ ਨੂੰ ਜੋੜਨ ਦੇ। ਉਹਨਾਂ ਦਾ ਆਪਣਾ ਪਿਆਰ ਵਧੀਆ ਹੋਵੇ ਅਤੇ ਕੁੜਮ ਨੂੰ ਮਿਲਦੇ, ਭੈਣਾਂ ਮਿਲਦੀਆਂ, ਰਿਸ਼ਤੇਦਾਰ ਮਿਲਦੇ, ਸੋਹਣੇ ਲੱਗਦੇ ਆ। ਸਾਰੀ ਖੇਡ ਪਿਆਰ ਦੀ ਹੈ, ਮੁਹੱਬਤ ਦੀ ਹੈ। ਬਾਣੀ 'ਚ ਮੋਹ ਨੂੰ ਸਾੜਨ ਬਾਰੇ ਆਖਿਆ ਅਤੇ ਪਿਆਰ ਨੂੰ ਬਾਣੀ 'ਚ ਗੁਣ ਆਖਿਆ। ਇਹ ਚੇਤਾ ਰੱਖਿਓ। ਅਤੇ ਪਿਆਰ ਇੱਕ ਇੱਦਾਂ ਦੀ ਚੀਜ਼ ਆ, ਤੁਸੀਂ ਘਰ 'ਚ ਕਿਸੇ ਨਾਲ ਵੀ ਕਰੋ, ਪਸ਼ੂ ਪੰਛੀ ਨਾਲ ਵੀ ਕਰੋ ਨਾ, ਅਤੇ ਪਸ਼ੂ ਪੰਛੀ ਵੀ ਸਾਡੇ ਤੋਂ ਜਾਨਵਰ ਨੂੰ ਤਿਆਰ ਹੋ ਜਾਂਦੇ ਆ। ਅਤੇ ਬਾਣੀ ਦਾ ਬੜਾ ਪਿਆਰਾ ਵਾਕ ਹੈ, ਜਿਨੀ ਨਾ ਪਾਇਓ ਪ੍ਰੇਮ ਰਸ, ਕੰਤ ਨਾ ਪਾਇਓ ਸਾਓ, ਸੁਣੀਏ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਓ। ਤੋ ਗੁਰੂ ਕਿਰਪਾ ਕਰੇ। ਆਉਣ ਵਾਲੇ ਜਿਹੜੇ ਕਾਰਜ ਵਾ ਉਹਨਾਂ ਵਿੱਚ ਮਾਲਕ ਆਪ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਆਪ ਪਿਆਰ ਬਣੇ, ਮੁਹੱਬਤ ਬਣੇ, ਅਤੇ ਇਹ ਲੜਕਾ ਲੜਕੀ ਦੇ ਰਾਹੀਂ ਦੋਨਾਂ ਪਰਿਵਾਰਾਂ 'ਚ ਹੋਰ ਡੂੰਘਾ ਸੰਬੰਧ। ਕਿਉਂਕਿ ਜਦੋਂ ਅਸੀਂ ਲੜਕੀ ਘਰੋਂ ਤੋਰਦੇ ਹਾਂ ਜਾਂ ਅਸੀਂ ਧੀ ਵਿਆਹ ਕੇ ਘਰ ਲੈ ਕੇ ਆਉਂਦੇ ਹਾਂ, ਇਹ ਬੜਾ ਵੱਡਾ ਪੱਖ ਹੈ ਇੱਕ ਸਾਧ ਸੰਗਤ ਜੀ। ਆਓ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਈਏ, ਸਦਾਚਾਰੀ ਜੀਵਨ ਆਪਣੀ ਜ਼ਿੰਦਗੀ ਵਿੱਚ ਵਸੇ, ਅਤੇ ਅਸੀਂ ਆਪਣੇ ਗੁਰੂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਸਕੀਏ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਹਮੇਸ਼ਾ ਆਪਣੇ ਗੁਰੂ ਨੂੰ ਆਪਣੇ ਅੰਗ ਸੰਗ ਜਾਣ ਕੇ ਆਪਣੀ ਜ਼ਿੰਦਗੀ ਦੇ ਕਾਰਜਾਂ ਨੂੰ ਸੱਜਾ ਬਣਾਉਣ ਦਾ ਯਤਨ ਕਰੀਏ। ਮਾਲਕ ਅਕਾਲ ਪੁਰਖ ਸਾਰਿਆਂ ਨੂੰ ਚੜ੍ਹਦੀ ਕਲਾ, ਤੰਦਰੁਸਤੀ ਬਖਸ਼ਿਸ਼ ਕਰੇ। ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜਾਂ 'ਤੇ ਕੋਸ਼ਿਸ਼ ਕਰੋ, ਨਸ਼ਿਆਂ ਤੋਂ ਰਹਿਤ ਹੋ ਕੇ ਸੋਹਣੇ ਸਮਾਜ ਨੂੰ ਸਿਰਜਣ ਵਿੱਚ ਆਪਣਾ ਯੋਗਦਾਨ ਪਾਈਏ, ਤਾਂ ਹੀ ਸਾਡਾ ਸਮਾਜ ਵਧੀਆ ਬਣ ਸਕਦਾ ਹੈ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਆਪ ਦੂਰਾਂ ਨੇੜਿਆਂ ਤੋਂ ਚੱਲ ਕੇ ਅੱਜ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ।
ਆਪ ਜੀ ਨੂੰ ਫਿਰ ਦੁਬਾਰਾ ਅਖੀਰ 'ਤੇ ਇਹੋ ਹੀ ਬੇਨਤੀ ਹੈ, ਕੋਸ਼ਿਸ਼ ਕਰੋ ਆਪਣੇ ਘਰਾਂ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ, ਦੇਸ਼ ਰਹਿੰਦੇ ਹੋ ਤਾਂ, ਵਿਦੇਸ਼ ਰਹਿੰਦੇ ਹੋ ਤਾਂ, ਆਪਣੇ ਘਰਾਂ 'ਚ ਸਹਿਜ ਪਾਠ ਕਰੋ, ਸੋਹਣੀਆਂ ਲਾਇਬ੍ਰੇਰੀਆਂ ਬਣਾਓ, ਚੰਗੀਆਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰੋ, ਸੋਚ ਆਪਣੀ ਚੰਗੀ ਬਣਾਈਏ। ਸਾਰਾ ਕੁਝ ਬੰਦੇ ਦੀ ਸੋਚ ਉੱਤੇ ਨਿਰਭਰ ਕਰਦਾ ਹੈ। ਸੋਚ ਚੰਗੀ ਹੈ, ਤੁਸੀਂ ਚੰਗੇ ਇਨਸਾਨ ਬਣ ਜਾਓਗੇ। ਸੋਚ ਮਾੜੀ ਹੈ ਤਾਂ ਅਸੀਂ ਮਾੜੇ ਬਣ ਜਾਵਾਂਗੇ। ਆਓ ਗੁਰੂ ਕਿਰਪਾ ਕਰੇ ਅਸੀਂ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗੇ ਇਨਸਾਨ ਬਣਨ ਵਿੱਚ ਗੁਰੂ ਦੀ ਬਾਣੀ ਪੜ੍ਹਦਿਆਂ ਸਮਝਦਿਆਂ ਆਪਣੇ ਵਿਚਾਰ ਨਿਰਮਲ ਕਰ ਸਕੀਏ। ਸਾਰਿਆਂ ਦਾ ਧੰਨਵਾਦ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਅਤੇ ਬਹੁਤ ਪਿਆਰ ਨਾਲ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।